ਜੇ ਤੁਸੀਂ ਪਿੰਡਾਂ ਵਿੱਚ ਜਾਂਦੇ ਹੋ ਕਿੰਨੇ ਕਿ ਲੋਕਾਂ ਨੂੰ ਪਤਾ ਹੈ ਪਾਲਿਸੀ ਬਾਰੇ ਵੀ ਸਾਨੂੰ 3 ਲੱਖ ਰੁਪਏ ਮਿਲਣਾ ਹੈ ਕਿ ਇਹਨਾਂ ਲੋਕਾਂ ਨੂੰ ਪਤਾ ਹੈ ਵੀ ਫਾਰਮ ਕਿਵੇਂ ਭਰਨਾ ਹੈ ਕਿਵੇਂ ਫਾਰਮ ਅੱਗੇ ਦੇਣਾ ਹੈ। ਜੇ ਇਹਨਾਂ ਲੋਕਾਂ ਨੂੰ ਸਾਰੀ ਪਾਲਿਸੀ ਦੀ ਜਾਣਕਾਰੀ ਹੈਗੀ ਹੈ ਜਾਂ ਇਹ ਪਾਲਿਸੀ ਬਾਰੇ ਜਾਣਕਾਰੀ ਦਿੱਤੀ ਨਹੀਂ ਜਾ ਰਹੀ, ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ? ਨਹੀਂ ਦਿੱਤੀ ਜਾ ਰਹੀ ਜੀ। ਇਹ ਪਾਲਿਸੀ ਬਾਰੇ ਜਾਣਕਾਰੀ ਦਿੱਤੀ ਜਾਂਦੀ, ਜਿਹੜੇ ਚੀਫ ਮਿਨਿਸਟਰਾਂ ਤੇ ਮੰਤਰੀਆਂ ਦੀ ਐਡੀਆਂ ਫੋਟੋਆਂ ਆਉਂਦੀਆਂ ਨੇ ਅਖਬਾਰਾਂ 'ਚ, ਇਹਦੀ ਵਜ੍ਹਾ ਪਾਲਿਸੀ ਲਿਖ ਦੇਣ, ਉਹਦੇ 'ਚ ਇਸ਼ਤਿਹਾਰ ਦਿੰਦੇ ਨੇ ਨਾ। ਇਸ਼ਤਿਹਾਰ ਆਪਣੀਆਂ ਸੂਰਤਾਂ ਦਾ ਕਿਉਂ ਦਿੰਦੇ ਨੇ? ਇਸ਼ਤਿਹਾਰ ਇਹ ਪਾਲਿਸੀ ਦੇ ਦੇਣ ਕਿ ਭਾਈ ਪਾਲਿਸੀ ਆਏ ਤੇ ਆਹ ਲੋਕ ਪੜ੍ਹ ਲੈਣ ਜਾਂ ਕਿਸੇ ਤੋਂ ਪੜ੍ਹਾ ਲੈਣ ਜਾਂ ਕਿਸੇ ਤੋਂ ਕੋਈ ਗੱਲ ਕਰ ਲੈਣ। ਪਾਲਿਸੀ ਬਾਰੇ ਤਾਂ ਆ ਜਿਹੜੇ ਬਾਕੀ ਛੱਡ ਦਿਓ। ਮੈਂ ਸ਼ਰਤ ਲੈ ਕੇ ਕਹਿੰਦਾ ਕੱਲ੍ਹ ਨੂੰ ਵਿਧਾਨ ਸਭਾ ਦਾ ਪਰਸੋਂ ਨੂੰ ਸੈਸ਼ਨ ਹੈ, ਜਾ ਕੇ ਪੁੱਛਣਾ 117 ਐਮਐਲਏ ਨੇ, 117 ਚੋਂ 5 ਵੀ ਪਾਲਿਸੀ ਬਾਰੇ ਜਾਣਕਾਰ ਮੈਨੂੰ ਮਿਲ ਗਏ ਤਾਂ ਮੈਨੂੰ ਦੱਸ ਦੇਣਾ। ਜਾਂ ਖੇਤੀ ਸੰਕਟ ਦੇ ਨਾਲ ਜੋ ਕਿਸਾਨ ਪਰਿਵਾਰ ਖੁਦਕੁਸ਼ੀ ਕਰ ਗਏ ਨੇ ਉਹ ਵੀ ਸੰਕਟ ਵਿੱਚ ਹੀ ਨੇ। ਇਸ ਸਮੇਂ ਉਹ ਸੰਕਟ ਤੋਂ ਬਾਹਰ ਨਿਕਲ ਨਹੀਂ ਦੇ, ਨਾ ਖੇਤੀ ਨਿਕਲਦੀ ਹੈ ਨਾ ਪਰਿਵਾਰ ਨਿਕਲਦੇ ਨੇ। ਨਹੀਂ, ਉਹ ਹੈਗਾ ਹੀ ਹੈ। ਜੇ ਖੇਤੀ ਸੰਕਟ ਚੋਂ ਨਹੀਂ ਨਿਕਲਦੀ, ਨਾ ਪੰਜਾਬ ਨੇ ਸੰਕਟ ਚੋਂ ਨਿਕਲਣਾ, ਨਾ ਕਿਸਾਨ ਨੇ ਨਿਕਲਣਾ, ਨਾ ਮਜ਼ਦੂਰ ਨੇ ਨਿਕਲਣਾ। ਅੱਜ ਵੀ ਸਾਡੀ ਕੁੱਲ ਘਰੇਲੂ ਪੈਦਾਵਾਰ ਜਿਹੜੀ ਸੂਬੇ 'ਚ ਪੈਦਾ ਹੋ ਰਹੀ ਹੈ ਉਹਦਾ 24% ਖੇਤੀ 'ਚੋਂ ਆਉਂਦਾ ਤੇ ਵੱਡੀ ਗਿਣਤੀ ਨੂੰ ਖੇਤੀ ਸਾਂਭੀ ਬੈਠੀ ਹੈ ਰੁਜ਼ਗਾਰ ਦੇ ਤੌਰ ਤੇ। ਜੇ ਖੇਤੀ ਮਰ ਗਈ ਤਾਂ ਬੰਦੇ ਜਾਣਗੇ ਕਿੱਥੇ? ਇੱਥੇ ਜਾਂ ਉਹ ਸੁਈਸਾਈਡ ਕਰਨਗੇ ਜਾਂ ਗੈਂਗਸਟਰ ਬਣਨਗੇ ਤੇ ਜਾਂ ਨਸ਼ਾ ਕਰਨਗੇ ਜਾਂ ਵਿਦੇਸ਼ ਭੱਜਣਗੇ। ਹੋਰ ਰਸਤਾ ਕੀ ਹੈ? ਇਹ ਚਾਰੇ ਰਸਤੇ ਜਾ ਰਹੇ ਨੇ ਲੋਕ। ਜਾਂ ਕਿੰਨੇ ਕਿਸਾਨਾਂ ਦੀਆਂ ਕਰਜ਼ੇ ਕਾਰਨ ਜ਼ਮੀਨਾਂ ਵਿਕ ਗਈਆਂ ਨੇ? ਨਹੀਂ, ਕਰਜ਼ੇ ਕਾਰਨ ਤਾਂ ਬਹੁਤ ਕਿਸਾਨਾਂ ਦੀਆਂ ਵਿਕ ਰਹੀਆਂ ਨੇ, ਪਰ ਜਿਹੜੇ ਜਮਾਂ ਬੇਜ਼ਮੀਨੇ ਹੋ ਗਏ ਉਹ 2 ਲੱਖ ਹੈਗਾ ਪਿਛਲੇ 15 ਸਾਲਾਂ ਦੇ ਵਿੱਚ, ਜਿਹੜਾ ਜਿਹਦੀ ਪੂਰੀ ਦੀ ਪੂਰੀ ਵਿਕ ਗਈ। ਹੁਣ ਜੇ ਕਿਸੇ ਦੇ ਕੋਲ 5 ਨੇ, ਕਿਸੇ ਦੀ 1 ਕਿੱਲਾ ਵਿਕ ਗਈ, ਕਿਸੇ ਦੀ 2 ਕਿੱਲੇ ਵਿਕ ਗਈ, ਥੋੜੀ ਹੈਗੀ ਹੈ। ਵਿਕਣ ਕਣੀਓ ਕੋਈ ਨਹੀਂ ਰਹੇ। ਬਹੁਤ ਘੱਟ ਪਰਿਵਾਰ ਹੋਣਗੇ ਜਿਹੜੇ ਵਿਕਣ ਕਣੀਓ ਰਹਿ ਗਏ ਹੋਣਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਜ਼ੇ ਦੇ ਕਾਰਨ। ਇੱਥੇ ਮਾਨਸਾ ਹੀ ਇਹ ਸਾਰਾ ਗਰੁੱਪ ਡੀਸੀ ਦੇ ਚਲਾ ਗਿਆ ਇੱਕ ਵਾਰ। ਉਹ ਕਹਿੰਦੇ ਭਾਈ ਆਹ ਯੋਜਨਾ ਨਹੀਂ, ਡੀਸੀ ਕਹਿੰਦਾ ਨਹੀਂ ਹੈ। ਜਦੋਂ ਉਹਨਾਂ ਨੇ ਲਿਖਤੀ ਰੱਖੀ ਆਹ ਪਾਲਿਸੀ ਤੁਹਾਡੇ ਕੋਲ ਹੈ ਤਾਂ ਆਲੇ ਦੁਆਲੇ ਹੋਰ ਅਫਸਰ ਵੀ ਬੈਠੇ ਸੀ। ਇਹਦਾ ਮਤਲਬ ਡਿਪਟੀ ਕਮਿਸ਼ਨਰ ਨੂੰ ਜਾਂ ਪਤਾ ਨਹੀਂ ਜਾਂ ਬੇਈਮਾਨੀ ਕਰਦਾ, ਉਹਨੂੰ ਤਾਂ ਉਦੋਂ ਸਸਪੈਂਡ ਕਰ ਦੇਣਾ ਚਾਹੀਦਾ। ਜਿਹੜਾ ਕਮੇਟੀ ਦਾ ਮੁਖੀ ਆਦਮੀ ਹੈ, ਜੇ ਕਮੇਟੀ ਦੇ ਮੁਖੀ ਨੂੰ ਪਾਲਿਸੀ ਨਹੀਂ ਪਤਾ ਤਾਂ ਪਾਲਿਸੀ ਮੁਤਾਬਕ ਫੈਸਲਾ ਕਿਵੇਂ ਕਰੂ? 2016 ਦੇ ਵਿੱਚ ਇੱਕ ਅਨਾਉਂਸਮੈਂਟ ਹੋਈ ਸੀ ਕੈਪਟਨ ਸਾਹਿਬ ਦੀ ਕਿ ਜਿੰਨਾ ਵੀ ਕਿਸਾਨਾਂ ਸਿਰ ਕਰਜ਼ਾ ਲੀਕ ਫੇ ਦਿੱਤੀ ਜਾਊਗੀ। ਕੀ ਉਸ ਤੋਂ ਬਾਅਦ ਕਿਸਾਨਾਂ ਨੇ ਆਪਣੀਆਂ EMI ਦੇਣੀਆਂ ਬੰਦ ਕਰਤੀਆਂ ਸੀ? ਉਸ ਕਰਕੇ ਵੀ ਕਰਜ਼ਾ ਵਧਿਆ। ਜਦੋਂ ਕਹਿਤਾ ਸੀ ਹੁਣ ਇਹ ਸਾਡਾ ਕਰਜ਼ਾ ਤੁਹਾਡਾ ਨਹੀਂ, ਅਗਲੇ ਨੇ ਕਿਸ਼ਤ ਬੰਦ ਕਰਤੀ, ਉਹਦੇ ਤੇ ਵਿਆਜ ਲੱਗ ਕੇ ਉਹ ਹੋਰ ਮਾਰਿਆ ਗਿਆ। ਉਹ ਡਿਫਾਲਟਰ ਹੋ ਗਏ। ਡਿਫਾਲਟਰ ਹੋ ਕੇ ਤੇ ਉਹਦੇ ਤੇ ਕਹਿੰਦਾ ਭਾਈ ਸਾਡਾ ਤਾਂ ਮਿਸ਼ਰਤ ਵਿਆਜ ਲੱਗੂਗਾ। ਜਾਂ ਤਾਂ ਪੰਜਾਬ ਸਰਕਾਰ ਕਹਿੰਦੀ ਨਵਾਂ ਵਿਆਜ ਵੀ ਨਹੀਂ ਲੱਗੂਗਾ। ਸਾਡੀ ਕਿਹਾ ਤਾਂ ਉਹਨੇ ਇਹੀ ਸੀ ਕਿ ਇਸ ਤੋਂ ਬਾਅਦ ਵਿਆਜ ਅਸੀਂ ਭਰਾਂਗੇ, ਅੱਜ ਤੋਂ ਬਾਅਦ ਤੁਸੀਂ ਨਹੀਂ ਦੇਣਾ। ਤੇ ਵਿਆਜ ਕਿੱਥੇ ਹੈ? ਆ ਮਾਨਸਾ ਜ਼ਿਲ੍ਹੇ ਦੀ ਮੈਂ ਗੱਲ ਕਰਦਾ, ਇੱਕ ਵੀ ਬੰਦੇ ਨੂੰ ਮੁਆਵਜ਼ਾ ਨਹੀਂ ਮਿਲਿਆ। ਇੱਕ ਵੀ ਕੇਸ ਕਮੇਟੀ ਨੇ ਬੈਠ ਕੇ ਆਪਣੇ ਆਪ ਉਹ ਨਹੀਂ ਕੀਤਾ ਕਿ ਅਪਰੂਵ ਕਰਤਾ ਹੋਵੇ, ਮਨਜ਼ੂਰ ਕਰ ਲਿਆ। ਕਮੇਟੀ ਉਹ ਨਹੀਂ ਬੈਠੀ। ਜਿਹੜੀ ਕਮੇਟੀ ਮਹੀਨੇ ਬਾਅਦ ਨਹੀਂ ਬੈਠਦੀ, ਕਦੇ ਡੀਸੀ ਦੇ ਖਿਲਾਫ ਕਾਰਵਾਈ ਹੋਈ, ਕਦੇ ਬਾਕੀ ਅਫਸਰਾਂ ਦੇ ਖਿਲਾਫ ਕਾਰਵਾਈ ਹੋਈ। ਜਦੋਂ ਪਾਲਿਸੀ 'ਚ ਲਿਖਿਆ ਤੁਸੀਂ ਮਹੀਨੇ ਬਾਅਦ ਇਹ ਕੇਸ ਡਿਸਾਈਡ ਕਰਨੇ ਨੇ ਤਾਂ ਕਿਉਂ ਨਹੀਂ? ਹੁਣ ਇਹਨਾਂ ਦੇ ਬੇਟੇ ਨੇ ਸੁਸਾਈਡ ਕੀਤਾ, ਜ਼ਮੀਨ ਹੈ ਨਹੀਂ, ਮਜ਼ਦੂਰ ਨੇ। ਹੁਣ ਇਹਨਾਂ ਨੂੰ ਪੈਸੇ ਮਿਲਣਗੇ ਕਿ ਨਹੀਂ ਮਿਲਣਗੇ? ਜ਼ਮੀਨ ਵੀ ਨਹੀਂ ਗਈ, ਸੁਸਾਈਡ ਵੀ ਕਰ ਲਿਆ। ਹੁਣ ਉਹਨੂੰ ਕਹਿੰਦੇ ਨੇ ਤੂੰ ਕਰਜ਼ਾ ਸਾਬਤ ਕਰ। ਕਿੱਥੋਂ ਕਰਨਗੇ? ਰੌਲਾ ਇਹ ਹੈ ਕਿ ਉਹ ਕਰਜ਼ਾ ਸਾਬਤ ਕਿੱਥੋਂ ਕਰੇ? ਉਹ ਤਾਂ ਰੋਜ਼ ਦਾ ਦਿਹਾੜੀਦਾਰ ਬੰਦਾ ਹੈ। ਤੇ ਜਿਹੜੀ ਪਾਲਿਸੀ ਬਣੀ ਹੈ ਉਹਦੇ 'ਚ ਕੁਝ ਨਹੀਂ ਸੀ ਓਰੀਜਨਲ ਪਾਲਿਸੀ। ਜਿਹੜੀ ਬੁਨਿਆਦੀ ਪਾਲਿਸੀ ਹੈ ਉਹ 'ਚ ਕੋਈ ਕਰਜ਼ਾ ਸਾਬਤ ਕਰਨ ਵਾਲੀ ਗੱਲ ਨਹੀਂ ਸੀ। ਉਹਦੇ 'ਚ ਕੋਈ ਇਸ ਪੱਧਰ ਦੀ ਗੱਲ ਨਹੀਂ ਸੀ ਕਿ ਇਹਦੇ ਨਾ ਹੋਊਗਾ ਤਾਂ ਅਸੀਂ ਦੇਵਾਂਗੇ। ਇਹ ਬਾਅਦ ਦੇ ਵਿੱਚ ਅਫਸਰਸ਼ਾਹੀ ਨੇ ਬੈਠ ਕੇ ਠੰਡੇ ਕਮਰਿਆਂ ਦੇ ਵਿੱਚ ਫੈਸਲਾ ਕਰਤਾ। ਮਤਲਬ ਇਹ ਹੈ ਕਿ ਜੇ ਇੱਕ ਚੰਗੀ ਕਈ ਵਾਰ ਪਾਲਿਸੀ ਬਣ ਵੀ ਜਾਂਦੀ ਹੈ, ਉਹਦੇ ਰਾਹ 'ਚ ਰੋੜੇ ਕਿਵੇਂ ਅਟਕਾਉਣੇ ਨੇ। ਸਰਕਾਰਾਂ ਇਸ ਕੰਮ ਲਈ ਬੈਠੀਆਂ ਨੇ ਕਿ ਰੋੜੇ ਅਟਕਾਓ, ਨਾ ਕਿ ਇਸ ਕੰਮ ਲਈ ਬੈਠੀਆਂ ਨੇ ਕਿ ਕਿਸੇ ਨੂੰ ਦੇ ਦਿਓ ਮਾੜਾ ਮੋਟਾ ਜਿਹੜਾ ਫਾਇਦਾ ਮਿਲਦਾ, ਚਲੋ ਬੰਦਾ ਖੜਾ ਹੋ ਜੂ। ਔਰ 2019 ਤੇ 20 ਦੇ ਵਿੱਚ ਜਿਹੜਾ ਕਰਜ਼ਾ ਮਾਫੀ ਲਈ ਲਗਭਗ 5000 ਕਰੋੜ ਰੱਖਿਆ ਸੀ ਕਿ ਇਹ ਕੇਵਲ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਕਰਜ਼ਾ ਮਾਫ ਕਰਨਾ ਹੈ। ਇੱਕ ਨਵਾਂ ਪੈਸਾ ਦੱਸ ਦਿਓ ਕਿਸੇ ਦਾ ਵੀ ਹੋਇਆ ਹੋਵੇ ਪਾਸ, ਤੇ ਉਹ ਬਜਟ 'ਚ ਰੱਖਿਆ ਸੀ 19-20 ਦੇ 'ਚ। ਤੇ ਬਜਟ 'ਚੋਂ ਹੀ ਜਦੋਂ ਪੈਸਾ ਜਾਰੀ ਨਹੀਂ ਕਰਨਾ ਤਾਂ ਕਿਹਨੂੰ ਤੁਸੀਂ ਉਹ ਦੇ ਦਿਓਗੇ? 2.5 ਏਕੜ ਹੈ, 2.5 ਏਕੜ ਦੇ ਵਿੱਚੋਂ ਜੇ ਹੁਣ ਕਰਜ਼ਾ ਲਾਉਣ ਵਾਸਤੇ ਅੱਧਾ ਏਕੜ ਵੇਚਣਗੇ, ਜਿਹੜੀ ਪਿਛਲੀ ਪੀੜ੍ਹੀ ਆਏਗੀ 2 ਏਕੜ ਤੇ ਫਿਰ ਕੀ ਕਰਜ਼ਾ ਲਏਗੀ? ਫਿਰ ਉਹ 2 ਏਕੜ ਵਿੱਚੋਂ ਕਰਜ਼ਾ ਲਾਉਣ ਵਾਸਤੇ ਫਿਰ ਕੀ ਅੱਧਾ ਏਕੜ ਵੇਚੂਗੀ? ਇਹ ਕਿਵੇਂ ਰੁਕ ਸਕਦਾ? ਇਹ ਕਰਜ਼ਾ ਤਾਂ ਚੜ੍ਹਦਾ ਜਾਂਦਾ ਨਾ ਲਗਾਤਾਰ ਹੀ। ਇਹ ਵਿਕ ਰਹੀਆਂ ਨੇ। ਪਿਛਲੇ 15 ਸਾਲਾਂ 'ਚ 2 ਲੱਖ ਕਿਸਾਨ ਬੇਜ਼ਮੀਨਾਂ ਹੋ ਚੁੱਕੇ ਆ। ਸਭ ਦੀਆਂ ਵਿਕ ਗਈਆਂ ਨੇ। ਨਾ ਵਿਕਣ ਦਾ ਸਵਾਲ ਨਹੀਂ ਹੈ ਕਿ ਉਹ ਵਿਕਣੀ ਨਹੀਂ, ਅੱਗੇ ਤੋਂ ਅੱਗੇ ਜਾਂਦੀ ਹੈ। ਜਿਹਦੇ ਕੋਲ ਛੋਟਾ ਜਦੋਂ ਨਹੀਂ ਲਾਉਂਦਾ ਤਾਂ ਮਜਬੂਰੀ 'ਚ ਫਿਰ ਬੰਦਾ ਕਰਦਾ ਕੀ ਹੈ? ਜਾਂ ਬੈਂਕ ਕੁਰਕੀ ਕਰਦੀ ਹੈ ਤਾਂ ਜਾਂ ਜਿਹੜਾ ਆੜਤੀ ਆ ਜਾਂ ਸਾਹੂਕਾਰ ਤੋਂ ਲਿਆ ਉਹ ਕਹਿੰਦਾ ਕਿ ਮੇਰੇ ਪੈਸੇ ਦਿਓ। ਇੱਜ਼ਤ ਦਾ ਡਰਦਾ ਬੰਦਾ ਜਾਂ ਖੁਦਕੁਸ਼ੀ ਕਰਦਾ ਤਾਂ ਜ਼ਮੀਨ ਵੇਚਦਾ। ਪਾਣੀਆਂ ਮੁੱਦਿਆਂ ਦੇ ਨਾਲ ਇੱਕ ਸਭ ਤੋਂ ਹੋਰ ਅਹਿਮ ਮੁੱਦਾ
ਉਹ ਇੱਕ ਕਿਸਾਨੀ ਲਗਾਤਾਰ ਹੀ ਕਿਸਾਨ ਸੁਸਾਈਡ ਕਰ ਰਿਹਾ ਹੈ। ਸੁਸਾਈਡ ਕਰਨ ਤੋਂ ਬਾਅਦ ਅਖਬਾਰ ਵਿੱਚ ਸੁਰਖੀਆਂ ਵੀ ਬਣਦੀ ਹੈ ਵੀ ਕਿਸਾਨ ਨੇ ਅੱਜ ਸੁਸਾਈਡ ਕਰ ਲਿਆ, ਪਰ ਉਸ ਤੋਂ ਅੱਗੇ ਕੀ, ਅੱਗੇ ਕਿਹੜੀ ਪਾਲਿਸੀ ਤਹਿਤ ਕਿਸਾਨਾਂ ਨੂੰ ਰਾਹਤ ਦਿੱਤੀ ਜਾਂਦੀ ਹੈ ਕਿ ਕੋਈ ਪਾਲਿਸੀ ਇਹੋ ਜਿਹੀ ਹੈਗੀ ਵੀ ਹੈ ਜਿਸ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ, ਜਿਹੜੇ ਵਿਅਕਤੀ ਨੇ ਸੁਸਾਈਡ ਕਰ ਲਿਆ ਕਿਸਾਨ ਨੇ, ਉਹਨਾਂ ਦੇ ਪਰਿਵਾਰਾਂ ਨੂੰ ਕੁਝ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ। ਤੁਸੀਂ ਪਿੱਛੇ ਜੋ ਇਹ ਦੇਖ ਰਹੇ ਹੋ, ਕਿਸਾਨ ਕਿਸੇ ਨਾ ਕਿਸੇ ਪਰਿਵਾਰ ਨੇ ਇਹਨਾਂ ਵਿੱਚੋਂ ਖੁਦਕੁਸ਼ੀ ਕੀਤੀ ਹੈ ਕਰਜ਼ਿਆਂ ਨੂੰ ਲੈ ਕੇ। ਕਰਜ਼ੇ ਵੱਧਦੇ ਜਾ ਰਹੇ ਨੇ, ਆਮਦਨ ਘਟਦੀ ਜਾ ਰਹੀ ਹੈ, ਖੁਦਕੁਸ਼ੀਆਂ ਦੀ ਤਾਦਾਦ ਵੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। 2 ਹੈਕਟੇਅਰ ਵਾਲੇ ਕਿਸਾਨ ਜੋ ਨੇ ਉਹ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਕਰਦੇ ਨੇ। ਹੁਣ ਸਭ ਤੋਂ ਅਹਿਮ ਸਵਾਲ ਇਹ ਹੁੰਦਾ ਹੈ, ਜਿਹੜੇ ਪਰਿਵਾਰ ਦਾ ਕਿਸਾਨ ਖੁਦਕੁਸ਼ੀ ਕਰ ਜਾਂਦਾ ਉਸ ਨੇ ਮੁਆਵਜ਼ਾ ਕਿਵੇਂ ਲੈਣਾ ਹੈ। ਮੁਆਵਜ਼ਾ ਲੈਣ ਵਾਸਤੇ ਵੀ ਚੱਪਲਾਂ ਘਸ ਜਾਂਦੀਆਂ ਨੇ ਅਫਸਰਾਂ ਦੇ ਚੱਕਰ ਲਗਾ ਕੇ। ਹੁਣ ਤੁਹਾਨੂੰ ਦੱਸਾਂਗੇ ਵੀ ਕਿਹੜੀ ਪਾਲਿਸੀ ਹੈ, ਜਦੋਂ ਕੋਈ ਕਿਸਾਨ ਸੁਸਾਈਡ ਕਰਦਾ ਉਸਦੇ ਘਰਦਿਆਂ ਨੂੰ ਕਿਵੇਂ ਰਾਹਤ ਮਿਲ ਸਕਦੀ ਹੈ। ਥੋੜ੍ਹੀ ਬਹੁਤ ਰਾਹਤ, ਜ਼ਿਆਦਾ ਰਾਹਤ ਤਾਂ ਨਹੀਂ ਮਿਲਦੀ, ਥੋੜ੍ਹੀ ਬਹੁਤ ਰਾਹਤ ਮਿਲ ਸਕਦੀ ਹੈ। ਉਸ ਦਾ ਤਰੀਕਾ ਕੀ ਹੈ। ਉਹ ਦੂਸਰੇ ਪਾਸੇ ਕਰਜ਼ੇ ਦੀ ਜੋ ਪੰਡ ਲਗਾਤਾਰ ਵੱਧਦੀ ਜਾ ਰਹੀ ਹੈ, ਉਸ ਦਾ ਕਾਰਨ ਕੀ ਹੈ। ਸਭ ਤੋਂ ਜ਼ਿਆਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੇ 6 ਜ਼ਿਲ੍ਹਿਆਂ ਦੀ ਗੱਲ ਕਰ ਲਈਏ, ਸੁਸਾਈਡ ਹੋਏ ਨੇ, ਕਿਸਾਨਾਂ ਨੇ ਸੁਸਾਈਡ ਕੀਤੇ ਨੇ। ਪਾਲਿਸੀ ਦੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਦ ਸਿੰਘ। ਅੱਜ ਇੱਕ ਸੈਮੀਨਾਰ ਹੈ, ਅੱਜ ਲੋਕਾਂ ਨੂੰ ਦੱਸਿਆ ਜਾਊਗਾ ਪਾਲਿਸੀ ਬਾਰੇ ਵੀ ਤੁਹਾਡੀ ਕਿਹੜੀ ਪਾਲਿਸੀ ਤਹਿਤ ਤੁਹਾਨੂੰ ਜੋ ਮੁਆਵਜ਼ਾ ਉਹ ਮਿਲੂਗਾ। ਕਾਫੀ ਕਿਸਾਨ ਜੋ ਪਰਿਵਾਰ ਨੇ ਇਕੱਠੇ ਹੋਏ ਨੇ, ਜਿਨ੍ਹਾਂ ਵਿੱਚੋਂ ਕਿਸੇ ਨਾ ਕਿਸੇ ਪਰਿਵਾਰ ਦੇ ਮੈਂਬਰ ਨੇ ਸੁਸਾਈਡ ਕੀਤਾ। ਪਾਲਿਸੀ ਦਾ ਜ਼ਿਕਰ ਕਰਾਂਗੇ ਵੀ ਕਿਹੜੀ ਪਾਲਿਸੀ ਹੈ। ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ ਜੀ। ਸ਼ੁਕਰੀਆ। ਸੈਮੀਨਾਰ ਕਰਦੇ ਹੋ ਅੱਜ ਮਾਨਸਾ ਦੇ ਵਿੱਚ, ਅਲੱਗ-ਅਲੱਗ ਜਗ੍ਹਾ ਤੇ ਵੀ ਸੈਮੀਨਾਰ ਕਰਨੇ ਹੋ। ਜੇ ਗੱਲ ਕਰੀਏ ਕਿਸਾਨਾਂ ਦੀ ਸੁਸਾਈਡ ਦੀ, ਸਭ ਤੋਂ ਜ਼ਿਆਦਾ ਕਿਸਾਨ ਸੁਸਾਈਡ ਕਿਹੜੇ ਜ਼ਿਲ੍ਹੇ ਵਿੱਚ ਕਰਦੇ ਆ? ਅਸਲ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਜਿਹੜਾ ਨੰਬਰ ਆਇਆ, ਕਿਉਂਕਿ ਪੰਜਾਬ ਦੀਆਂ 3 ਯੂਨੀਵਰਸਿਟੀਆਂ ਨੇ ਵੀ ਇੱਕ ਸਰਵੇ ਕੀਤਾ ਸੀ, ਬਾਅਦ ਦੇ ਵਿੱਚ ਹੁਣ 6 ਜ਼ਿਲ੍ਹਿਆਂ ਦਾ ਵੀ ਸਰਵੇ ਕੀਤਾ ਦੁਆਰਾ, ਜਿਹੜਾ ਬਚਦੇ ਟਾਈਮ ਸੀ 2018 ਤੱਕ। ਉਹਦੇ 'ਚ ਸੰਗਰੂਰ ਨੰਬਰ 1 ਹੈ, 2506 ਖੁਦਕੁਸ਼ੀਆਂ ਹੋਈਆਂ ਨੇ। ਪਰ ਆਬਾਦੀ ਦੇ ਲਿਹਾਜ਼ ਨਾਲ ਮਾਨਸਾ ਨੰਬਰ 1 ਹੈ, ਪਹਿਲੇ ਨੰਬਰ ਤੇ ਹੈ, ਕਿਉਂਕਿ ਇੱਥੇ ਆਬਾਦੀ ਛੋਟਾ ਜ਼ਿਲ੍ਹਾ ਸੰਗਰੂਰ ਨਾਲੋਂ। ਇੱਥੇ 2098 ਖੁਦਕੁਸ਼ੀਆਂ ਹੋਈਆਂ ਨੇ ਪਿਛਲੇ 2018 ਤੱਕ, 2000 ਤੋਂ ਲੈ ਕੇ 2018 ਤੱਕ। ਔਰ ਇਹ ਤੀਜੇ ਨੰਬਰ ਤੇ ਬਠਿੰਡਾ ਹੈ, ਤੇ ਬਾਕੀ ਫਿਰ ਹੋਰ ਮਾਲਵੇ ਦੇ ਜਾਂ ਵੱਖ-ਵੱਖ ਜ਼ਿਲ੍ਹੇ ਜਿਹੜੇ ਉਹ ਆਉਂਦੇ ਨੇ। 16606 ਖੁਦਕੁਸ਼ੀਆਂ ਤਾਂ ਹੋ ਗਈਆਂ ਸੀ ਜਿਹੜੀਆਂ ਯੂਨੀਵਰਸਿਟੀਆਂ ਨੇ ਪਹਿਲਾਂ ਸਰਵੇ ਕੀਤਾ ਸੀ 2015 ਤੱਕ, 2000 ਤੋਂ ਲੈ ਕੇ ਜਿਹੜਾ ਉਸ ਤੋਂ ਬਾਅਦ ਇਹ 6 ਜ਼ਿਲ੍ਹਿਆਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਦਾ ਮਾਮਲਾ ਹੈ। 92,0298 ਖੁਦਕੁਸ਼ੀਆਂ ਨੇ ਇਹਨਾਂ 'ਚ 2018 ਤੱਕ। ਇਸ ਕਰਕੇ ਇਹ ਰੁਝਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਚਾਹੇ ਸਾਰੇ ਸਿਆਸਤਦਾਨ ਨੇ ਇਹ ਕਿਹਾ ਵੀ ਐਤਕੀ ਮੈਨੂੰ ਵੋਟਾਂ ਪਾ ਦਿਓ, ਬਸ ਸਰਕਾਰ ਬਣਨ ਦੇ ਹੀ ਪਹਿਲਾਂ ਖੁਦਕੁਸ਼ੀਆਂ ਰੋਕਾਂਗੇ, ਦੂਜੇ ਤੀਜੇ ਸਭ ਨੇ ਇਸ ਲੈਵਲ ਦੀ ਵਾਅਦੇ ਤਾਂ ਕੀਤੇ, ਪਰ ਇਹ ਲਗਾਤਾਰ ਇਹ ਵਰਤਾਰਾ ਵਾਪਰਦਾ ਹੈ ਤੇ ਬਹੁਤ ਦਰਦਨਾਕ ਮਾਹੌਲ ਹੈ। ਕਿਉਂਕਿ ਬੰਦੇ ਨੇ ਆਪ ਮਰਨਾ, ਬੰਦਾ ਆਪ ਉਦੋਂ ਆਪਦੇ ਜਾਨ ਲੈਂਦਾ ਜਦੋਂ ਉਹਨੂੰ ਇਹ ਲੱਗਦਾ ਕਿ ਸਾਰੇ ਮਤਲਬ ਵਸੀਲੇ ਬੰਦ ਹੋ ਗਏ ਨੇ, ਖਤਮ ਹੋ ਗਏ ਨੇ। ਨਹੀਂ ਤਾਂ ਮਨੁੱਖ ਜਿੰਦਾ ਰਹਿਣਾ ਚਾਹੁੰਦਾ। ਮਨੁੱਖ 80 ਸਾਲ ਦਾ ਬੰਦਾ ਵੀ ਹਸਪਤਾਲ ਪਿਆ ਵੀ ਇਹ ਲੋਚਦਾ ਕਿ ਮੇਰੀ ਜ਼ਿੰਦਗੀ ਦਾ ਹੋਰ ਮੌਕਾ ਵੱਧ ਜੇ ਤੇ ਮੈਂ ਹੋਰ 4 ਸਾਲ ਜੀਣਾ, 2 ਸਾਲ ਜੀਣਾ। ਤਾਂ ਬੰਦੇ ਇਸ ਹੱਦ ਤੱਕ ਪਹੁੰਚ ਕਿਉਂ ਗਿਆ, ਇਹ ਬਹੁਤ ਬੜਾ ਕੁਐਸਚਨ ਹੈ। ਮਨੋਵਿਗਿਆਨਕ ਸਵਾਲ ਵੀ ਹੈ, ਕਰਜ਼ੇ ਦਾ ਸਵਾਲ ਵੀ ਹੈ, ਓਵਰਆਲ ਸਮਾਜ ਦੀਆਂ ਕਦਰਾਂ ਕੀਮਤਾਂ ਦਾ ਸਵਾਲ ਵੀ ਹੈ। ਇਹ ਸਾਰੀਆਂ ਗੱਲਾਂ ਵੱਡੀਆਂ ਉਸ ਲੈਵਲ ਦੇ ਉੱਤੇ ਨੇ। ਔਰ ਕਿਹਾ ਇਹ ਜਾ ਰਿਹਾ ਇਸ ਮੁੱਦੇ ਦੇ ਵਿੱਚ ਕਿ ਖੇਤੀ ਕਰਜ਼ੇ ਦਾ ਹੀ ਇਕੱਲਾ ਸਵਾਲ ਨਹੀਂ, ਹੁਣ ਇਹ ਸੱਭਿਅਤਾ ਦਾ ਸੰਕਟ ਹੋ ਗਿਆ, ਸਿਵਲਾਈਜੇਸ਼ਨ ਦਾ। ਪੀ ਸਾਈਨਾਥ ਵੱਡੇ ਪੱਤਰਕਾਰ ਨੇ ਜਿਹੜੇ ਇੱਧਰ ਪੰਜਾਬ 'ਚ ਵੀ ਆਏ, ਉੱਧਰ ਆਂਧਰਾ ਦੀਆਂ ਖੁਦਕੁਸ਼ੀਆਂ 'ਤੇ ਕੰਮ ਕੀਤਾ। ਉਹ ਇਸ ਲਈ ਕਹਿ ਰਿਹਾ ਕਿ ਜਦੋਂ ਤੁਹਾਡੇ ਨੇੜੇ ਬੰਦੇ ਮਰਦੇ ਹੋਣ, ਆਪਦੇ ਆਪ ਗਲ 'ਚ ਫਾਹਾ ਲੈ ਕੇ, ਸਪਰੇਅ ਪੀ ਕੇ, ਰੇਲਵੇ ਲਾਈਨ 'ਤੇ ਜਾ ਕੇ, ਫਿਰ ਵੀ ਤੁਹਾਨੂੰ ਚੈਨ ਨਾਲ ਰੋਟੀ ਖਾਣ ਨੂੰ ਕੋਈ ਪ੍ਰੋਬਲਮ ਨਹੀਂ, ਫਿਰ ਵੀ ਤੁਹਾਨੂੰ ਅਜਾਸੀ ਕਰਨ 'ਚ, ਕਲੱਬਾਂ 'ਚ, ਪੱਬਾਂ 'ਚ, ਹੋਟਲਾਂ 'ਚ ਜਾਂਦੇ ਹੋ, ਤਾਂ ਜਿਹੜਾ ਮਨੁੱਖ ਦੇ ਅੰਦਰ ਇੱਕ ਸੰਵੇਦਨਾ ਹੁੰਦੀ ਹੈ ਔਰ ਉਹ ਸੰਵੇਦਨਾ ਕਿਤੇ ਖਤਮ ਹੋ ਗਈ। ਇਹਦਾ ਮਤਲਬ ਸੱਭਿਅਤਾ ਮਰਦੀ ਜਾ ਰਹੀ ਹੈ ਸਾਰੇ ਮਾਮਲੇ 'ਚ। ਇਹ ਬਹੁਤ ਵੱਡਾ ਕਮੈਂਟ ਹੈ ਸਮਾਜ ਦੇ ਉੱਤੇ ਜੇਕਰ ਕਰਦੇ ਹਾਂ। ਮਾਨਸਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਆਬਾਦੀ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਨੇ। ਸੰਗਰੂਰ ਵੱਡਾ ਜ਼ਿਲ੍ਹਾ, ਉਹ ਵੀ 1 ਨੰਬਰ 'ਤੇ ਆਉਂਦਾ ਹੈ। ਜੇ ਜ਼ਿਲ੍ਹੇ ਦੇ ਹਿਸਾਬ ਨਾਲ ਗੱਲ ਕਰੀਏ, ਖੁਦਕੁਸ਼ੀਆਂ ਮਾਨਸਾ ਵਿੱਚ ਜਾਂ ਸੰਗਰੂਰ ਵਿੱਚ ਸਭ ਤੋਂ ਜ਼ਿਆਦਾ ਹੋ ਕਿਉਂ ਰਹੀਆਂ ਨੇ? ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਤਾਂ ਮਤਲਬ ਕਰਜ਼ਾ ਕਿਉਂਕਿ ਇਹ ਉਹ ਬੈਲਟ ਸੀ ਜਿਹੜੀ ਨਰਮਾ ਬੈਲਟ ਸੀ। ਪਹਿਲਾਂ ਨਰਮੇ ਬੈਲਟ ਦੇ ਵਿੱਚ ਪਹਿਲਾਂ ਵੀ ਬਹੁਤ ਵਾਰ ਫਸਲਾਂ ਮਰੀਆਂ ਨੇ, ਨਰਮਾ ਬਾਰ-ਬਾਰ ਮਰਦਾ ਰਿਹਾ। ਤੇ ਦੂਜੀ ਗੱਲ, ਇੱਥੇ ਬਹੁਤੇ ਹਿੱਸੇ 'ਚ ਪਾਣੀ ਵੀ ਧਰਤੀ ਹੇਠਲਾ ਕੋਈ ਬਹੁਤ ਵਧੀਆ ਨਹੀਂ ਹੈ, ਮਤਲਬ ਉਹ ਚੰਗਾ ਨਹੀਂ ਹੈ ਫਸਲਾਂ ਦੇ ਲਈ ਉਸ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਨੇ।
ਔਰ ਜਦੋਂ ਇੱਕ ਵਾਰ ਕਰਜ਼ ਜਾਲ 'ਚ ਤੁਸੀਂ ਫਸਦੇ ਹੋ ਤੇ ਮੁੜ ਕੇ ਬਸ ਫਸਦੇ ਜਾਂਦੇ ਹੋ ਫਿਰ ਕੋਈ ਚਾਰਾ ਤੁਹਾਡੇ ਸਾਹਮਣੇ ਨਾ। ਹੁਣ ਤਾਂ ਇਹ ਪੂਰੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਫੈਲ ਗਈ ਇਹ ਬਿਮਾਰੀ, ਮਤਲਬ ਖੁਦਕਸ਼ੀਆਂ ਦਾ ਜਿਹੜਾ ਇੱਕ ਦੌਰ ਹੈ ਉਸ ਲੈਵਲ ਤੇ, ਕਿਉਂਕਿ ਕਰਜ਼ਾ ਓਵਰਆਲ ਵੱਧਦਾ ਜਾ ਰਿਹਾ ਤੇ ਦੂਜੀਆਂ ਲਾਗਤਾਂ ਵੱਧ ਰਹੀਆਂ ਨੇ ਬਹੁਤ ਜ਼ਿਆਦਾ। ਹੁਣ ਬੋਰ ਕਰਾਉਣ ਦੀ ਜਿਹੜੀ ਲਾਗਤ ਪਿੱਛੇ ਸੀਗੀ 10 ਸਾਲ ਪਹਿਲਾਂ, ਅੱਜ ਉਹ 10 ਗੁਣਾ ਹੋ ਗਈ ਹੈ। ਖੇਤੀਬਾੜੀ ਡਿਪਾਰਟਮੈਂਟ ਦਾ ਆਪਦਾ ਮੰਨਣਾ ਹੈ ਕਿ 20 ਸਾਲਾਂ ਦੇ ਦੌਰਾਨ ਕੱਲੇ ਬੋਰ ਡੂੰਘੇ ਕਰਨ ਤੇ 22,000 ਕਰੋੜ ਰੁਪਈਆ ਖਰਚ ਹੋ ਗਿਆ ਕਿਸਾਨ ਦਾ। ਇਹ 22,000 ਕਰੋੜ ਕਿੱਥੋਂ ਆਉਣਾ ਹੈ? ਮਤਲਬ ਉਹਨਾਂ ਦੇ ਸਿਰਾਂ ਤੇ ਕਰਜ਼ਾ ਹੀ ਹੈ ਨਾ, ਉਹਨੂੰ ਆਮਦਨ ਤਾਂ ਉਸ ਲੈਵਲ ਦੀ ਹੋ ਨਹੀਂ ਰਹੀ। ਉਹ ਜਿਹੜੇ ਬੋਰ ਕਰਾਏ ਨੇ 22,000 ਕਰੋੜ ਖਰਚ ਕੀਤਾ ਹੈ, ਉਹ ਨਾ ਐਮਐਸਪੀ 'ਚ ਜੁੜਦਾ ਹੈ ਨਾ ਕਿਸੇ ਹੋਰ ਆਮਦਨ ਦੇ ਵਿੱਚ ਜੁੜਦਾ, ਉਹ ਤਾਂ ਉਹਦੇ ਤੋਂ ਬਾਹਰ ਰਹਿੰਦਾ ਸਾਰੀਆਂ ਚੀਜ਼ਾਂ। ਇਹ ਕਾਫੀ ਵੱਡੇ ਮੁੱਦੇ ਨੇ ਜਿਹੜੇ ਮੁੱਦਿਆਂ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਸਵਾਲ ਹੈ। ਪਾਲਿਸੀ ਦੀ ਗੱਲ ਕਰੀ, ਹੁਣ ਕਿਸੇ ਪਰਿਵਾਰ ਨੇ ਖੁਦਕੁਸ਼ੀ ਕਰ ਲਈ ਕਿਸਾਨ ਦੇ, ਕਿਸੇ ਵੀ ਮੈਂਬਰ ਨੇ ਖੁਦਕੁਸ਼ੀ ਕਰ ਲਈ ਕਿਸਾਨ ਦੇ ਨੇ, ਉਸ ਤੋਂ ਬਾਅਦ 3 ਲੱਖ ਰੁਪਏ ਦਾ ਜ਼ਿਕਰ ਆਉਂਦਾ ਵੀ 3 ਲੱਖ ਰੁਪਈਆ ਉਹਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਊਗਾ। ਇਹ ਕਿਹੜੀ ਪਾਲਿਸੀ ਹੈ ਜਿਸ ਤਹਿਤ ਮੁਆਵਜ਼ਾ ਦਿੱਤਾ ਜਾਊਗਾ? ਕੀ ਜੋ ਤੁਹਾਡੇ ਪਿੱਛੇ ਕਿਸਾਨ ਖੜੇ ਨੇ ਇਹਨਾਂ ਨੂੰ ਮੁਆਵਜ਼ਾ ਮਿਲਿਆ 3 ਲੱਖ ਰੁਪਇਆ? ਅਸਲ ਦੇ ਵਿੱਚ ਕਾਫੀ ਲੰਮਾ ਸਮਾਂ ਤਾਂ ਪੰਜਾਬ ਦੀ ਸਰਕਾਰ ਨੇ ਮੰਨਿਆ ਹੀ ਨਹੀਂ ਕਿ ਇੱਥੇ ਕਰਜ਼ੇ ਕਰਕੇ ਖੁਦਕੁਸ਼ੀਆਂ ਹੋ ਰਹੀਆਂ ਨੇ। ਬਹੁਤ ਲੰਬੇ ਸਮੇਂ ਬਾਅਦ ਹਾਈ ਕੋਰਟ ਦੇ ਵਿੱਚ ਇੰਦਰਜੀਤ ਸਿੰਘ ਜੇਜੀ ਹੋਣੀ ਗਏ ਸੀਗੇ, ਉਦੋਂ ਬਾਅਦ ਕਿਸਾਨ ਕਮਿਸ਼ਨ ਬਣਿਆ ਤੇ ਫਿਰ ਆ ਕੇ ਇਹਨਾਂ ਨੇ ਇੱਕ ਯੂਨੀਵਰਸਿਟੀਆਂ ਤੋਂ ਸਰਵੇ ਕਰਾਉਣ ਦੀ ਗੱਲ ਕੀਤੀ। ਪਹਿਲੀ ਵਾਰ 2001 ਦੇ ਬਜਟ ਦੇ ਵਿੱਚ ਇਹ ਮਤਲਬ ਰੱਖਿਆ ਗਿਆ ਸੀ ਬਜਟ 5 ਲੱਖ ਰੁਪਇਆ ਟੋਕਨ, 5 ਕਰੋੜ ਰੁਪਇਆ ਟੋਕਨ ਬਜਟ ਦੇ ਤੌਰ ਤੇ। ਕੈਪਟਨ ਕਮਲਜੀਤ ਸਿੰਘ ਉਦੋਂ ਵਿੱਤ ਮੰਤਰੀ ਸੀ, ਪਰ ਉਹ ਦੇਣਾ ਕਿਵੇਂ, ਉਹਦੇ ਰੂਲ ਹੀ ਨਹੀਂ ਬਣੇ, ਇਸ ਕਰਕੇ ਪ੍ਰੈਕਟਿਸ 'ਚ ਕੁਝ ਨਹੀਂ ਹੋਇਆ। ਉਦੋਂ ਬਾਅਦ ਫਿਰ ਹੌਲੀ ਹੌਲੀ ਚੱਲਦਾ ਗਿਆ। ਫਿਰ ਇਹਨਾਂ ਨੇ ਇਹ ਕਹਿਤਾ ਵੀ ਜਿਹੜੀਆਂ 2000 ਤੋਂ ਬਾਅਦ ਸੁਸਾਈਡ ਦੀਆਂ ਆਪਾਂ ਯੂਨੀਵਰਸਿਟੀਆਂ ਤੋਂ ਕਰਾ ਲੈਂਦੇ ਹਾਂ ਉਹਨਾਂ ਨੂੰ ਦੇ ਦਾਂਗੇ, ਅੱਗੇ ਇੱਕ ਪਾਲਿਸੀ ਬਣਾ ਲੈਂਦੇ ਹਾਂ। ਇਹ 2015 'ਚ 23 ਜੁਲਾਈ 2015 ਨੂੰ ਇੱਕ ਪਾਲਿਸੀ ਬਣਾਈ ਪੰਜਾਬ ਦੀ ਸਰਕਾਰ ਨੇ, ਨੋਟੀਫਾਈ ਹੋਈ ਹੈ। ਉਸ ਪਾਲਿਸੀ ਦੇ ਵਿੱਚ ਇਹ ਹੈ ਕਿ ਇੱਕ ਕਮੇਟੀਆਂ ਬਣਾਤੀਆਂ ਜ਼ਿਲ੍ਹੇ ਲੈਵਲ ਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ 'ਚ, 4 ਉਹਦੇ ਹੋਰ ਮੈਂਬਰ ਨੇ ਡੀਸੀ ਤੋਂ ਬਿਨਾਂ, ਐਸਐਸਪੀ ਹੈ ਜ਼ਿਲ੍ਹੇ ਦਾ, ਸਿਵਲ ਸਰਜਨ ਹੈ ਜ਼ਿਲ੍ਹੇ ਦਾ, ਚੀਫ ਐਗਰੀਕਲਚਰ ਅਫਸਰ ਹੈ ਜ਼ਿਲ੍ਹੇ ਦਾ, ਤੇ ਇੱਕ ਸੰਬੰਧਿਤ ਪਿੰਡ ਦਾ ਸਰਪੰਚ ਹੈ। ਔਰ ਬਹੁਤੀ ਵਾਰ ਉਹ ਕਮੇਟੀ ਦਾ ਇਹ ਹੈ ਕਿ ਕਮੇਟੀ ਨੇ 1 ਮਹੀਨੇ 'ਚ ਆਪਣੀ ਮੀਟਿੰਗ ਕਰਨੀ ਹੈ, ਹਰ ਮਹੀਨੇ ਉਹ ਨਿਪਟਾਉਣੀਆਂ ਨੇ ਜਿੰਨੀਆਂ ਵੀ ਅਰਜ਼ੀਆਂ ਤੁਹਾਡੇ ਕੋਲ ਆ ਗਈਆਂ ਕਿਸੇ ਵੀ ਰੂਪ ਦੇ ਵਿੱਚ। ਤੇ ਜਿਹੜਾ ਪੀੜਤ ਪਰਿਵਾਰ ਹੈ ਉਹਦੇ ਲਈ ਇਹ ਉਹਨੇ 3 ਮਹੀਨਿਆਂ ਦੇ ਅੰਦਰ ਅੰਦਰ ਇੱਕ ਅਰਜ਼ੀ ਦੇਣੀ ਹੈ ਆਪਦੀ, ਜਿਹੜਾ ਵੀ ਮਤਲਬ ਵੀ ਕਿ ਸਾਡੇ ਐਵੇਂ ਕਰਕੇ ਆ ਸੁਸਾਈਡ ਹੋ ਗਈ ਹੈ, ਔਰ 3 ਮਹੀਨਿਆਂ ਤੋਂ ਬਾਅਦ ਨਹੀਂ ਉਹ ਦੇ ਸਕਦਾ, 3 ਮਹੀਨਿਆਂ ਦੇ ਅੰਦਰ ਅੰਦਰ ਦੇਣੀ ਹੈ। ਪਰ ਇਹ ਸਾਰੇ ਸਵਾਲ ਆਪਣੀ ਜਗ੍ਹਾ ਨੇ। ਇਹਦੇ 'ਚ ਇਹ ਸੀ ਕਿ 3 ਲੱਖ ਰੁਪਈਆ ਦਿੱਤਾ ਜਾਊਗਾ, ਤੁਰੰਤ ਦਿੱਤਾ ਜਾਊਗਾ, ਮਤਲਬ ਜਦ ਉਹ ਕਮੇਟੀ ਅਪਰੂਵ ਕਰ ਦਿੰਦੀ ਹੈ 1 ਮਹੀਨੇ ਦੇ ਅੰਦਰ ਅੰਦਰ। ਹੁਣ ਸਭ ਤੋਂ ਬੜਾ ਸਵਾਲ ਇਹ ਹੈ ਇਸ ਮਾਮਲੇ ਦੇ ਵਿੱਚ, ਪਹਿਲਾਂ 2 ਸ਼ਰਤਾਂ ਰੱਖੀਆਂ ਗਈਆਂ ਸੀ। ਇੱਕ ਸ਼ਰਤ ਇਹ ਸੀ ਕਿ ਇੱਕ ਡੀਡੀਆਰ ਥਾਣੇ ਦੇ ਵਿੱਚ ਹੋਣੀ ਚਾਹੀਦੀ ਹੈ, ਇੱਕ ਪੋਸਟਮਾਰਟਮ ਹੋਣਾ ਚਾਹੀਦਾ ਹੈ ਨਾ। ਤੇ ਉਹ ਵੀ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ, ਖਾਸ ਤੌਰ ਤੇ ਮਜ਼ਦੂਰ ਪਰਿਵਾਰਾਂ 'ਚ ਬਹੁਤ ਸੰਕਟ ਸੀ। ਉਹ ਕਿਸੇ ਨੇ ਵਿਚਾਰੇ ਨੇ ਡਰਦੇ ਨੇ ਪੁਲਿਸ ਨੂੰ, ਪੁਲਿਸ ਵੀ ਤਾਂ ਕਹਿੰਦੀ ਹੈ ਖਬਰ ਤੇਰੇ ਕਰਕੇ ਮਰ ਗਿਆ ਫਲਾਨਾ ਜੇ ਉਹ। ਪਹਿਲਾਂ ਲੋਕਾਂ ਤੇ ਇਹ ਡਰ ਵੀ ਰਿਹਾ ਕਿ ਆਪਾਂ FIR ਹੀ ਨਹੀਂ ਕਰਾਉਂਦੇ, DDR ਨਹੀਂ ਕਰਾਉਂਦੇ। ਫਿਰ ਪੋਸਟਮਾਰਟਮ ਤੋਂ ਵੀ ਕਈ ਕਾਰਨਾਂ ਕਰਕੇ ਲੋਕ ਝਿਜਕ ਜਾਂਦੇ ਨੇ ਕਿ ਆਪਾਂ ਨਹੀਂ ਕਰਾਉਂਦੇ, ਉਹਦੇ ਕਰਕੇ ਰੱਦ ਹੁੰਦੇ ਰਹੇ। ਜਦ ਲੋਕਾਂ ਨੂੰ ਥੋੜ੍ਹੀ ਜਿਹੀ ਜਾਗਰੂਕਤਾ ਆਈ ਵੀ ਇਹ 2 ਗੱਲਾਂ ਤਾਂ ਕਰਾਉਣੀਆਂ ਪੈਣਗੀਆਂ, ਆਪਾਂ ਕਰਨਾ ਸ਼ੁਰੂ ਕਰਦੇ ਹਾਂ, ਉਹਦੇ 'ਚ 2 ਰੋਕਾਂ ਹੋਰ ਲੱਗ ਗਈਆਂ। 2 ਰੋਕਾਂ, ਸਭ ਤੋਂ ਵੱਡੀਆਂ ਰੋਕਾਂ ਕੀ ਲੱਗੀਆਂ? ਇੱਕ ਇਹ ਕਿ ਜਿਹੜੇ ਬੰਦੇ ਨੇ ਖੁਦਕੁਸ਼ੀ ਕੀਤੀ ਹੈ ਜ਼ਮੀਨ ਤੇ ਕਰਜ਼ਾ ਉਹਦੇ ਨਾਮ ਤੇ ਹੋਣਾ ਚਾਹੀਦਾ ਹੈ। ਇਹ ਜਿਹੜਾ ਸਰਦਾਰ ਨਿਰਮਲ ਸਿੰਘ ਹੋਣਾ ਵਾਲਾ ਕੇਸ ਸੀ, ਇਹਨਾਂ ਦਾ 23 ਸਾਲਾ ਬੇਟਾ ਯਾਦਵਿੰਦਰ ਜਿਹਨੇ ਮਤਲਬ ਖੁਦਕੁਸ਼ੀ ਕੀਤੀ, ਤੇ ਇਹਨਾਂ ਦਾ ਕੇਸ ਵੀ 3 ਵਾਰ ਰੱਦ ਕੀਤਾ ਵਾਰ-ਵਾਰ ਕਿ ਜੀ ਕਰਜ਼ਾ ਤਾਂ ਤੁਹਾਡੇ ਨਾਂ ਹੈ। ਹੁਣ ਪੰਜਾਬ ਦੀ ਜਿਹੜੀ ਸਥਿਤੀ ਹੈ, ਇਹਦਾ ਮਤਲਬ ਜਾਂ ਤਾਂ ਬਿਊਰੋਕਰੇਟ ਜਿਹੜਾ ਅਫਸਰ ਹੈ ਸਾਡਾ ਜਾਂ ਪੋਲੀਟੀਸ਼ੀਅਨ ਹੈ ਉਹ ਪੰਜਾਬ 'ਚ ਨਹੀਂ ਰਹਿੰਦਾ, ਉਹਨੂੰ ਪੰਜਾਬ ਦਾ ਅਮਲ ਨਹੀਂ ਪਤਾ, ਪ੍ਰੈਕਟਿਸ ਨਹੀਂ ਪਤਾ, ਜਾਂ ਉਹ ਬਦਦਿਆਂਤਦਾਰ ਹੈ, ਧੋਖਾ ਕਰ ਰਿਹਾ ਆਮ ਜਨਤਾ ਦੇ ਨਾਲ, ਹੋਰ ਕੋਈ ਨਵੀਂ ਗੱਲ ਨਹੀਂ। ਉਹ ਇੱਕ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਜਿਹੜੀ ਥੋੜ੍ਹੀ ਜ਼ਮੀਨ ਹੁੰਦੀ ਹੈ 2-2.5 ਏਕੜ 5 ਏਕੜ, ਉਹ ਇੱਕ ਪਰਿਵਾਰ ਦੇ ਮੁਖੀ ਦਾ ਹੀ ਨਾਂ ਹੁੰਦੀ ਆ, ਉਹ ਬਾਰ-ਬਾਰ ਤਾਂ ਵੰਡ ਕੇ ਹੁੰਦੀ ਨਹੀਂ ਕਿਤੇ ਵੀ, ਉਦੋਂ ਬਾਅਦ ਹੀ ਨਾਰਮਲੀ ਗਾਹਾਂ ਤੋਂ ਗਾਹਾਂ ਚੜ੍ਹਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਦੂਜੀ ਗੱਲ, ਇਹ ਜਿਹੜੀ ਪਾਲਿਸੀ ਹੈ ਪਰਿਵਾਰ ਦੀ ਪਾਲਿਸੀ ਹੈ, ਇੱਕ ਬੰਦੇ ਦੀ ਤਾਂ ਹੈ ਨਹੀਂ। ਉਹ ਪਰਿਵਾਰ ਜਿਹਦੇ ਤੇ ਕਰਜ਼ੇ ਦਾ ਬੋਝ ਹੁੰਦਾ ਹੈ, ਉਹਦੇ 'ਚੋਂ ਕਿਹੜਾ ਬੰਦਾ ਜ਼ਿਆਦਾ ਸੰਵੇਦਨਸ਼ੀਲ ਹੈ, ਕਿਹੜਾ ਬੰਦਾ ਜ਼ਿਆਦਾ ਮਤਲਬ ਇਹ ਮਹਿਸੂਸ ਕਰ ਗਿਆ ਕਿ ਬੇਇੱਜ਼ਤੀ, ਕਿ ਹੁਣ ਤਾਂ ਆਪਣਾ ਕੰਮ ਨਹੀਂ ਹੈ, ਤਾਂ ਉਹ ਖੁਦਕੁਸ਼ੀ ਕਰਦਾ ਨਾ। ਤੇ ਇਹ ਤੁਸੀਂ ਕਿਵੇਂ ਰੱਦ ਕਰਦੇ ਹੋ? ਕਿਹੜੇ DC ਮਾਨਸਾ ਨਾਲ ਇੰਨਾ ਲੜਨਾ ਪਿਆ, ਇਹਨਾਂ ਨਾਲ ਕੇਸ ਟੈਸਟ ਕੇਸ ਸੀ, ਪਾਸ ਤਾਂ ਹੋਇਆ ਉਹ ਬੜਾ ਲੇਟ ਜਾ ਕੇ। ਇੱਕ ਪੀੜਤ ਹੈ ਪਰਿਵਾਰ, ਘਰੋਂ ਨੌਜਵਾਨ ਬੱਚਾ ਚਲਾ ਗਿਆ, ਬਾਰ-ਬਾਰ ਉਹ ਦਫ਼ਤਰਾਂ ਦੇ ਧੱਕੇ ਵੀ ਖਾਵੇ, ਤੁਸੀਂ ਰੱਦ ਕਰ ਦਿਓ ਫਾਰਮ, ਕਦੇ ਕੁਛ ਕਰ ਦਿੰਦੇ ਹੋ। ਇਹ ਕਿਹੜੀ ਸੰਵੇਦਨਾ ਹੈ? ਇਦੋਂ ਤਾਂ ਅਗਲਾ ਕਹਿੰਦਾ ਨਾ ਦਿਓ ਜੇਕਰ ਇਹ ਚੀਜ਼ਾਂ ਕਰਨੀਆਂ ਨੇ। ਤੇ ਦੂਜੀ ਗੱਲ ਹੁਣ ਇਹ ਕਰਤੀ ਹੈ ਕਿ ਤੁਸੀਂ ਕਰਜ਼ਾ ਸਾਬਤ ਕਰੋਗੇ, ਤੁਸੀਂ ਸਰਕਾਰੀ ਕਿ ਪ੍ਰਾਈਵੇਟ? ਪਹਿਲਾਂ ਤਾਂ ਇਹ ਸੀ ਕਿ ਸਰਕਾਰੀ ਪ੍ਰਾਈਵੇਟ ਕਰਜ਼ਾ ਸਾਬਤ ਕਰੋਗੇ ਜਿੱਥੋਂ ਮਰਜ਼ੀ ਲਵੇ ਬੰਦਾ। ਹੁਣ ਜਿਹੜੇ ਤਾਂ
ਕਰਜ਼ਾ ਬੈਂਕਾਂ ਦਾ ਜਾਂ ਬਾਕੀ ਹੁੰਦਾ ਨਾਰਮਲੀ ਕਿਸਾਨ ਉਹਨਾਂ ਕੁ ਸਾਬਤ ਕਰ ਦਿੰਦਾ। ਪ੍ਰਾਈਵੇਟ ਕਰਜ਼ਾ ਬਹੁਤੀ ਵਾਰ ਸਾਬਤ ਨਹੀਂ ਹੁੰਦਾ। ਜਿਹੜੇ ਪ੍ਰਾਈਵੇਟ ਬੰਦੇ ਦਿੰਦੇ ਨੇ ਆੜ੍ਹਤੀਏ ਜਾਂ ਬਾਕੀ, ਉਹ ਪਰ ਨੋਟਾਂ ਤੇ ਵੀ ਲਿਖਿਆ ਕੁਛ ਹੋਰ ਹੁੰਦਾ, ਨਹੀਂ ਉਹ ਵੀ ਫਸਦੇ ਨੇ ਵੀ ਇੰਨਾ ਵਿਆਜ ਤੋਂ ਕਿਉਂ ਲੈਣਾ, ਇੰਨਾ ਕਰਨ, ਉਹ ਲਿਖ ਕੇ ਦੇਣ ਲਈ ਤਿਆਰ ਨਹੀਂ, ਉਹ ਕਰਜ਼ਾ ਨਹੀਂ ਸਾਬਤ ਹੁੰਦਾ। ਇਹਦੇ 'ਚ ਬਹੁਤ ਛੋਟਾ ਕਿਸਾਨ ਤੇ ਮਜ਼ਦੂਰ ਬਿਲਕੁਲ ਮਾਰਿਆ ਜਾਂਦਾ। ਮਜ਼ਦੂਰ ਨੂੰ ਤਾਂ ਬੈਂਕ ਕਰਜ਼ਾ ਹੀ ਨਹੀਂ ਦਿੰਦਾ, ਕਿਉਂਕਿ ਉਹਦੇ ਕੋਲ ਕਿਹੜਾ ਗਹਿਣੇ ਰੱਖਣ ਨੂੰ ਕੋਈ ਚੀਜ਼ ਹੈ, ਉਹ ਨਿਰੋਲ ਪ੍ਰਾਈਵੇਟ ਹੁੰਦਾ ਉਹਦੇ ਕੋਲ। ਮਜ਼ਦੂਰ ਕੋਲ ਤਾਂ ਪ੍ਰਾਈਵੇਟ ਦਾ ਮਤਲਬ ਹੈ ਜੇ ਕਿਸੇ ਨਾਲ ਸੀਰੀ ਪਾਲੀ ਰਲੇ ਆ ਤਾਂ ਉੱਥੋਂ ਲਿਆ ਹੋਇਆ, ਗਵਾਂਢ ਤੋਂ ਲਿਆ ਹੋਇਆ, ਦੁਕਾਨ ਤੋਂ ਲਿਆ ਹੋਇਆ, ਕਿਸੇ ਹੋਰ ਰਿਸ਼ਤੇਦਾਰ ਤੋਂ ਲਿਆ ਹੋਇਆ। ਹੁਣ ਉਹਨਾਂ ਦੇ ਸਾਰੇ ਕੇਸ ਰੱਦ ਹੋ ਰਹੇ ਨੇ ਕਿ ਤੇਰੇ ਤਾਂ ਕਰਜ਼ਾ ਹੀ ਨਹੀਂ ਸੀ। ਸਭ ਤੋਂ ਬੜਾ ਸੰਕਟ ਕੀ ਹੈ? ਸਭ ਤੋਂ ਬੜਾ ਸੰਕਟ ਇਹ ਹੈ ਕਿ ਮੈਨੂੰ ਲੱਗਦਾ ਕਿ ਜੇ ਉਹ ਗਰੀਬ ਪਰਿਵਾਰ ਹੈ, ਉਹਦੇ ਕੋਲ ਕਰਜ਼ਾ 10,000 ਨਹੀਂ ਹੈ, ਉਹਦੇ ਉੱਤੇ 1 ਪੈਸਾ ਵੀ ਕਰਜ਼ਾ ਨਹੀਂ ਹੈ, ਤਾਂ ਇਹ ਉਦੋਂ ਵੀ ਜ਼ਿਆਦਾ ਗੰਭੀਰ ਕੇਸ ਹੈ, ਕਿਉਂਕਿ ਉਹਨੂੰ 10,000 ਵੀ ਨਹੀਂ ਦਿੰਦਾ ਕੋਈ। ਔਰ ਜਿਹਨੂੰ 10,000 ਦਿੰਦਾ ਉਹ 2 ਸਾਲ ਹੋਰ ਕੱਟ ਜਾਂਦਾ ਕਰਜ਼ਾ ਲੈ ਕੇ, ਉਹ ਤਾਂ ਉਦੋਂ ਵੀ ਪਹਿਲਾਂ ਮਰਨ ਲਈ ਤਿਆਰ ਹੈ। ਫਿਰ ਇਹ ਕਿਹੜਾ ਅਸੂਲ ਹੈ ਜਿਹੜਾ ਇਹ ਅੰਦਾਜ਼ਾ ਲਾਉਂਦਾ ਵੀ ਜੇ ਤੇਰੇ ਕਰਜ਼ਾ ਨਹੀਂ ਤਾਂ ਮਰ? ਉਹਦੀ ਹਾਲਾਤ ਦੇਖੋ। ਪਾਲਿਸੀ ਇਹ ਕਹਿੰਦੀ ਹੈ ਕਿ ਇਹ ਜਿਹੜੇ 5 ਬੰਦੇ ਬਿਠਾਏ ਹੋਏ ਨੇ ਦਿਆਨਤਦਾਰੀ ਦੇ ਨਾਲ, ਇਹ ਜੇ ਮਹਿਸੂਸ ਕਰਨ ਉਹਦੇ ਘਰ ਦੀ ਹਾਲਤ ਦੇਖ ਕੇ ਤਾਂ ਕੋਈ ਸ਼ਰਤ ਲਾਗੂ ਨਹੀਂ ਹੁੰਦੀ, ਤਾਂ ਵੀ ਉਹ ਉਹਦੀ ਲੋ ਪਾਸ ਕਰ ਸਕਦੇ ਨੇ ਜੇ ਹਾਲਾਤ ਦੇਖਣ। ਪਰ ਹਾਲਾਤ ਕਿਵੇਂ ਦੇਖਿਆ ਜਾਊ? ਜੇ ਕਿਸੇ ਦੇ ਘਰ ਕੋਈ ਜਾਊਗਾ ਤਾਂ ਹੈ ਨਾ। ਪਾਲਿਸੀ ਤਾਂ ਇੱਥੋਂ ਤੱਕ ਕਹਿ ਰਹੀ ਹੈ ਕਿ ਤੁਹਾਡਾ ਮਾਲ ਵਿਭਾਗ ਦਾ, ਜਿਵੇਂ ਪਟਵਾਰੀ, ਨਾਇਬ ਤਹਿਸੀਲਦਾਰ ਤੇ ਖੇਤੀਬਾੜੀ ਵਿਭਾਗ ਦੇ ਲੋਕਲ ਏਡੀਓ ਤੋਂ ਲੈ ਕੇ ਸਾਰੇ, ਇਹ ਉਹਨਾਂ ਦੇ ਘਰ ਜਾਣਗੇ ਤੇ ਉਹਨਾਂ ਨਾਲ ਖੇਤੀ ਕਰਵਾਉਣਗੇ, ਜਾਂ ਜਿਹੜਾ ਪਰਿਵਾਰ ਜਿਹੋ ਜਿਹੀ ਸਹਾਇਤਾ ਉਹਨੂੰ ਸਹਾਇਤਾ ਦੇਣਗੇ। ਤੇ ਜਿੰਨਾ ਚਿਰ ਉਹ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਜਾਂਦਾ ਉਨਾ ਚਿਰ ਤੇ ਘੱਟੋ ਘੱਟ 1 ਸਾਲ ਉਹਦੇ ਪਰਿਵਾਰ ਨਾਲ ਲਗਾਤਾਰ ਰਾਬਤਾ ਰੱਖਣਗੇ ਕਿ ਉਹਦੀਆਂ ਮਸਲੇ ਹੱਲ ਕਰਨੇ ਨੇ। ਔਰ ਜੇ ਖੇਤੀ ਨਹੀਂ, ਤੇ ਨਾਲ ਦੀ ਨਾਲ ਇੱਕ ਗੱਲ ਹੋਰ ਹੈ ਉਹਦੇ 'ਚ, ਉਹ ਇਹ ਹੈ ਕਿ ਜਿੰਨੀਆਂ ਵੀ ਗੌਰਮੈਂਟ ਦੀਆਂ ਸਕੀਮਾਂ ਨੇ, ਚਾਹੇ ਉਹ ਸਕੀਮ ਪੰਜਾਬ ਸਰਕਾਰ ਦੀਆਂ ਹੋਣ ਚਾਹੇ ਕੇਂਦਰ ਦੀਆਂ, ਉਹਦਾ ਜਿਹੜਾ ਲਾਭ ਹੈ ਉਹ ਪਹਿਲ ਦੇ ਆਧਾਰ ਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲਣਾ। ਮੰਨ ਲਓ ਵਿਧਵਾ ਪੈਨਸ਼ਨ ਤਾਂ ਲੱਗਣੀ, ਤੁਰੰਤ ਲੱਗਣੀ। ਜੇ ਕਿਸੇ ਔਰਤ ਦਾ ਪਤੀ ਖੁਦਕੁਸ਼ੀ ਕਰ ਗਿਆ ਤਾਂ ਉਹਦੀ 15 ਦਿਨ 'ਚ ਵਿਧਵਾ ਪੈਨਸ਼ਨ ਲੱਗ ਜਾਣੀ ਚਾਹੀਦੀ ਹੈ। ਉਹਦੇ ਬੱਚੇ ਜੇ 18 ਸਾਲ ਤੋਂ ਘੱਟ ਨੇ, ਉਹਨਾਂ ਦੀ ਬੇਸਹਾਰਾ ਦੀ ਨਾਲ ਪੈਨਸ਼ਨ ਲੱਗ ਜਾਣੀ ਚਾਹੀਦੀ ਹੈ ਉਸੇ ਤਰੀਕੇ ਦੇ ਨਾਲ। ਇਹ ਤਾਂ ਪੈਨਸ਼ਨਾਂ ਲਈ ਵੀ ਧੱਕੇ ਖਾਣੇ ਪੈਂਦੇ ਨੇ ਬਹੁਤ ਜ਼ਿਆਦਾ, ਬਾਕੀ ਤਾਂ ਛੱਡੋ। ਤੇ ਇਸੇ ਤਰੀਕੇ ਦੇ ਨਾਲ ਜਿਹੜੇ ਬਾਕੀ ਦੇ ਸਵਾਲ ਨੇ ਕਿ 3 ਮਹੀਨਿਆਂ ਦੇ ਕੰਜਾਂ ਦੇ ਰੱਦ ਕਰ ਦਿੰਦੇ ਨੇ ਵੀ ਤੂੰ 3 ਮਹੀਨੇ 'ਚ ਨਹੀਂ ਭਰਿਆ, ਉਹ ਗਰੀਬ ਅਨਪੜ੍ਹ ਪਰਿਵਾਰ ਨੂੰ ਕਿਸੇ ਨੇ ਦੱਸਿਆ ਜਾ ਕੇ ਕਿ 3 ਮਹੀਨੇ 'ਚ ਫਾਰਮ ਭਰਨਾ ਹੁੰਦਾ? ਪਾਲਿਸੀ ਨਹੀਂ ਪਤਾ ਉਹਨਾਂ ਨੂੰ। ਪਾਲਿਸੀ ਨਹੀਂ ਪਤਾ। ਪਾਲਿਸੀ ਕਿਹਨੂੰ ਪਤਾ ਹੈ? ਪਾਲਿਸੀ ਮਾਲ ਵਿਭਾਗ ਤੇ ਖੇਤੀਬਾੜੀ ਵਿਭਾਗ ਨੂੰ ਤਾਂ ਪਤਾ ਹੈ। ਉਹ ਦੱਸਦੇ ਨੇ ਆ ਕੇ ਪਿੰਡਾਂ 'ਚ। ਜੇ ਤੁਹਾਡੀ ਇੱਕ ਜ਼ਿੰਮੇਵਾਰੀ ਲੱਗ ਗਈ ਕਿ ਤੁਸੀਂ ਸਾਲ ਭਰ ਉਸ ਪਰਿਵਾਰ ਦੀ ਮਦਦ ਕਰਨੀ ਹੈ, ਤਾਂ ਫਾਰਮ ਕਿਉਂ ਨਹੀਂ ਭਰਾਉਣਾ? ਫਾਰਮ ਭਰਨਾ ਮਦਦ 'ਚ ਨਹੀਂ ਆਉਂਦਾ। ਇਹ ਉਹਨਾਂ ਦੇ ਖਿਲਾਫ ਉਹ ਸਸਪੈਂਡ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ 3 ਮਹੀਨਿਆਂ ਦੇ ਦੌਰਾਨ ਉਹਨਾਂ ਦਾ ਫਾਰਮ ਵੀ ਨਹੀਂ ਭਰਾਇਆ। ਇਸੇ ਕਰਕੇ ਜੇ ਤੁਸੀਂ ਦੇਖਦੇ ਹੋ, ਔਰ ਉਹ ਬੜਾ ਵੱਡਾ ਸਵਾਲ ਹੈ ਸਭ ਦੇ ਸਾਹਮਣੇ, ਉਹ ਸਵਾਲ ਇਹ ਹੈ ਕਿ ਜਿੰਨੇ ਵੀ ਹੈਗੇ ਨੇ ਕੇਸ, ਐਤਕੀ 2022 ਚੜ੍ਹ ਗਿਆ, ਕਿੰਨੇ ਮਹੀਨੇ ਹੋ ਗਏ? ਮਾਨਸਾ ਜ਼ਿਲ੍ਹੇ ਦੀ ਮੈਂ ਗੱਲ ਕਰਦਾ, ਇੱਕ ਵੀ ਬੰਦੇ ਨੂੰ ਮੁਆਵਜ਼ਾ ਨਹੀਂ ਮਿਲਿਆ। ਇੱਕ ਵੀ ਕੇਸ ਕਮੇਟੀ ਨੇ ਬੈਠ ਕੇ ਆਪਣੇ ਆਪ ਉਹ ਨਹੀਂ ਕੀਤਾ ਕਿ ਅਪਰੂਵ ਕਰਤਾ ਹੋਵੇ, ਮਨਜ਼ੂਰ ਕਰ ਲਿਆ। ਕਮੇਟੀ ਉਹ ਨਹੀਂ ਬੈਠੀ। ਜਿਹੜੀ ਕਮੇਟੀ ਮਹੀਨੇ ਬਾਅਦ ਨਹੀਂ ਬੈਠਦੀ, ਕਦੇ ਡੀਸੀ ਦੇ ਖਿਲਾਫ ਕਾਰਵਾਈ ਹੋਈ, ਕਦੇ ਬਾਕੀ ਅਫਸਰਾਂ ਦੇ ਖਿਲਾਫ ਕਾਰਵਾਈ ਹੋਈ। ਜਦੋਂ ਪਾਲਿਸੀ 'ਚ ਲਿਖਿਆ ਤੁਸੀਂ ਮਹੀਨੇ ਬਾਅਦ ਇਹ ਕੇਸ ਡਿਸਾਈਡ ਕਰਨੇ ਨੇ, ਤਾਂ ਕਿਉਂ ਨਹੀਂ? ਔਰ ਮੁਸ਼ਕਲ ਨਾਲ ਜਿੰਨੀਆਂ ਅਰਜ਼ੀਆਂ ਆਈਆਂ ਹੁੰਦੀਆਂ ਨੇ, ਸਾਲ ਬਾਈ ਅਰਜ਼ੀਆਂ ਤੁਸੀਂ ਦੇਖ ਲਓ, ਉਹਦੇ 'ਚੋਂ 10 ਤੋਂ 5%, 7%, 4% ਨੂੰ ਦਿੰਦੇ ਨੇ, ਬਾਕੀ ਸਾਰੇ ਫਾਰਮ ਆਨੇ ਬਹਾਨੇ ਰੱਦ ਕਰ ਦਿੰਦੇ ਨੇ ਕਿਸੇ ਨਾ ਕਿਸੇ ਰੂਪ 'ਚ। ਅੱਛਾ ਸਰ, ਉਹਨਾਂ ਕਾਇਮ ਸਵਾਲ ਹੈ, ਇਹਨਾਂ ਦੇ ਬੇਟੇ ਨੇ ਸੁਸਾਈਡ ਕਰ ਲਿਆ, ਮਜ਼ਦੂਰ ਨੇ। ਤੁਸੀਂ ਹੁਣ ਗੱਲ ਕੀਤੀ ਹੈ ਜੇ ਜ਼ਮੀਨ ਹੋਏਗੀ ਉਸੇ ਬੰਦੇ ਦੇ ਨਾਂ ਦੇ ਉੱਤੇ ਕਰਜ਼ਾ ਉਹਨੂੰ ਮਿਲਣਾ। ਹੁਣ ਇਹਨਾਂ ਦੇ ਬੇਟੇ ਨੇ ਸੁਸਾਈਡ ਕੀਤਾ, ਜ਼ਮੀਨ ਹੈ ਨਹੀਂ, ਮਜ਼ਦੂਰ ਨੇ, ਹੁਣ ਇਹਨਾਂ ਨੂੰ ਪੈਸੇ ਮਿਲਣਗੇ ਕਿ ਨਹੀਂ ਮਿਲਣਗੇ? ਜ਼ਮੀਨ ਵੀ ਨਹੀਂ ਗਈ, ਸੁਸਾਈਡ ਵੀ ਕਰ ਲਿਆ। ਨਹੀਂ, ਇਹ ਪਾਲਿਸੀ ਉਹ ਖੇਤ ਮਜ਼ਦੂਰ ਤੇ ਕਿਸਾਨ ਦੋਨਾਂ ਦੀ ਸਾਂਝੀ ਹੈ। ਪਹਿਲੀ ਗੱਲ ਤਾਂ ਮਜ਼ਦੂਰ ਕੋਲ ਤਾਂ ਆਪਣੀ ਜ਼ਮੀਨ ਹੈ ਹੀ ਨਹੀਂ, ਉਹ ਤਾਂ ਖੇਤ ਮਜ਼ਦੂਰ ਹੈ, ਉਹ ਤਾਂ ਦਿਹਾੜੀਦਾਰ ਹੈ। ਉਹਦੇ ਤੇ ਤਾਂ ਤੁਸੀਂ ਲਾਗੂ ਹੀ ਨਹੀਂ ਕਰ ਸਕਦੇ ਕਿ ਜ਼ਮੀਨ ਹੈ ਜਾਂ ਨਹੀਂ ਹੈ। ਹੁਣ ਉਹਨੂੰ ਕਹਿੰਦੇ ਨੇ ਤੂੰ ਕਰਜ਼ਾ ਸਾਬਤ ਕਰ। ਕਿੱਥੋਂ ਕਰਨਗੇ? ਇਹ ਰੌਲਾ ਇਹ ਹੈ ਕਿ ਉਹ ਕਰਜ਼ਾ ਸਾਬਤ ਕਿੱਥੋਂ ਕਰੇ? ਉਹ ਤਾਂ ਰੋਜ਼ ਦਾ ਦਿਹਾੜੀਦਾਰ ਬੰਦਾ ਹੈ। ਤੇ ਜਿਹੜੀ ਪਾਲਿਸੀ ਬਣੀ ਹੈ ਉਹਦੇ 'ਚ ਕੁਝ ਨਹੀਂ ਸੀ ਓਰੀਜਨਲ ਪਾਲਿਸੀ, ਜਿਹੜੀ ਬੁਨਿਆਦੀ ਪਾਲਿਸੀ ਹੈ ਉਹ 'ਚ ਕੋਈ ਕਰਜ਼ਾ ਸਾਬਤ ਕਰਨ ਵਾਲੀ ਗੱਲ ਨਹੀਂ ਸੀ। ਉਹਦੇ 'ਚ ਕੋਈ ਇਸ ਪੱਧਰ ਦੀ ਗੱਲ ਨਹੀਂ ਸੀ ਕਿ ਇਹਦੇ ਨਾ ਹੋਊਗਾ ਤਾਂ ਅਸੀਂ ਦੇਵਾਂਗੇ। ਇਹ ਬਾਅਦ ਦੇ ਵਿੱਚ ਅਫਸਰਸ਼ਾਹੀ ਨੇ ਬੈਠ ਕੇ ਠੰਡੇ ਕਮਰਿਆਂ ਦੇ ਵਿੱਚ ਫੈਸਲਾ ਕਰਤਾ
ਮਤਲਬ ਇਹ ਹੈ ਕਿ ਜੇ ਇੱਕ ਚੰਗੀ ਕਈ ਵਾਰ ਪਾਲਿਸੀ ਬਣ ਵੀ ਜਾਂਦੀ ਹੈ ਉਹਦੇ ਰਾਹ 'ਚ ਰੋੜੇ ਕਿਵੇਂ ਅਟਕਾਉਣੇ ਨੇ। ਸਰਕਾਰਾਂ ਇਸ ਕੰਮ ਲਈ ਬੈਠੀਆਂ ਨੇ ਕਿ ਰੋੜੇ ਅਟਕਾਓ, ਨਾ ਕਿ ਇਸ ਕੰਮ ਲਈ ਬੈਠੀਆਂ ਨੇ ਕਿ ਕਿਸੇ ਨੂੰ ਦੇ ਦਿਓ ਮਾੜਾ ਮੋਟਾ ਜਿਹੜਾ ਫਾਇਦਾ ਮਿਲਦਾ, ਚਲੋ ਬੰਦਾ ਖੜਾ ਹੋ ਜੂ। ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਜਿੰਨਾ ਕਰਜ਼ਾ ਪਹਿਲਾਂ ਸੀ, ਕਮਾਊ ਬੰਦਾ ਵੀ ਚਲਾ ਗਿਆ, ਉਹ ਕਰਜ਼ਾ ਵੀ ਅਜੇ ਖੜਾ ਹੈ ਜਿੰਨਾ ਕੁ ਹੈ, ਤੇ ਇੱਕ ਤਾਂ ਉਹਦੀ ਆਮਦਨ ਜਿੰਨੀ ਕੁ ਕਮਾਉਂਦਾ ਸੀ ਉਹ ਆਉਣੀ ਬੰਦ ਹੋ ਗਈ, ਤਾਂ ਉਹ ਕਰਜ਼ਾ ਕਿਵੇਂ ਲਾਊਗਾ ਜੀ ਆਪਣਾ। ਤਾਂ ਉਹਨੂੰ ਪਤਾ ਕੀ ਹੈ ਕਿਸੇ ਮਾਮਲੇ ਦੇ ਵਿੱਚ ਵੀ ਉਦੋਂ ਜਾ ਕੇ ਉਹਦਾ ਕਰਜ਼ਾ ਮਾਫੀ ਵਾਲਾ ਕੋਈ ਮਤਲਬ ਨਹੀਂ ਹੈ। ਔਰ 2019 ਤੇ 20 ਦੇ ਵਿੱਚ ਜਿਹੜਾ ਕਰਜ਼ਾ ਮਾਫੀ ਲਈ ਲਗਭਗ 5000 ਕਰੋੜ ਰੱਖਿਆ ਸੀ ਕਿ ਇਹ ਕੇਵਲ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਕਰਜ਼ਾ ਮਾਫ ਕਰਨਾ ਹੈ। ਇੱਕ ਨਵਾਂ ਪੈਸਾ ਦੱਸ ਦਿਓ ਕਿਸੇ ਦਾ ਵੀ ਹੋਇਆ ਹੋਵੇ ਪਾਸ, ਤੇ ਉਹ ਬਜਟ 'ਚ ਰੱਖਿਆ ਸੀ 19-20 ਦੇ 'ਚ, ਤੇ ਬਜਟ 'ਚੋਂ ਹੀ ਜਦੋਂ ਪੈਸਾ ਜਾਰੀ ਨਹੀਂ ਕਰਨਾ ਤਾਂ ਕਿਹਨੂੰ ਤੁਸੀਂ ਉਹ ਦੇ ਦਿਓਗੇ। ਇਹ ਬਹੁਤ ਬੜਾ ਲੋਕਾਂ ਨਾਲ ਇੱਕ ਘੱਟੋ ਘੱਟ ਗਵਰਨਮੈਂਟ ਦੀ ਇਹ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਕਿ ਉਹ ਆਪਣੀ ਪਾਲਿਸੀ ਤਾਂ ਲਾਗੂ ਕਰਾਏ, ਜੋ ਉਹਨੇ ਜਾਰੀ ਕੀਤੀ ਹੈ ਉਹ ਤਾਂ ਲਾਗੂ ਕਰਾਏ। ਉਹਦੇ 'ਚ ਜਿਹੜੀਆਂ ਨਵੀਆਂ ਰੋਕਾਂ ਨੇ ਸਾਰੀਆਂ ਹਟਾਈਆਂ ਜਾਣੀਆਂ ਚਾਹੀਦੀਆਂ ਨੇ, ਤੇ ਜਿੰਨਾ ਇਮੀਡੀਏਟ ਤੁਰੰਤ ਦੇ ਜਿਹੜਾ ਕਰਜ਼ਾ ਹੈ ਉਹਦੇ 'ਤੇ ਉਸੇ ਸਮੇਂ ਰੋਕ ਲੱਗ ਜਾਣੀ ਚਾਹੀਦੀ ਹੈ। ਜਿਹੜਾ ਨਵੇਂ ਕਰਜ਼ੇ ਦਾ ਸਵਾਲ ਹੈ ਤੇ ਤੁਰੰਤ 3 ਲੱਖ ਦਾ ਦਿੱਤਾ ਜਾਵੇ। ਅਮਰਿੰਦਰ ਸਿੰਘ ਦੀ ਸਰਕਾਰ ਨੇ ਤਾਂ 5 ਲੱਖ ਕਿਹਾ ਸੀ, 5 ਲੱਖ ਮੈਨੀਫੈਸਟੋ 'ਚ ਸੀ ਪਰ ਉਹ ਲਾਗੂ ਕਿਤੇ ਨਹੀਂ ਹੋਇਆ, ਉਹ 3 ਲੱਖ ਹੀ ਹੈ ਜਿਹੜਾ ਵੀ ਉਸ ਪੱਧਰ ਦੇ। ਦੂਜੀ ਗੱਲ ਸਭ ਤੋਂ ਬੜਾ ਕੁਐਸਚਨ ਇਹ ਹੈ ਇਹਦੇ 'ਚ ਕਿ ਆਉਣ ਵਾਲੇ ਪਰਿਵਾਰ ਦੇ ਬੱਚੇ ਜਿਹੜੇ ਨੇ ਉਹ ਪੜ੍ਹਨੋਂ ਹਟ ਜਾਂਦੇ ਨੇ ਬਹੁਤੀ ਵਾਰੀ, ਕਿਉਂਕਿ ਉਹਨਾਂ ਕੋਲ ਉਨੇ ਕੁ ਪੈਸੇ ਵੀ ਨਹੀਂ ਬਚਦੇ ਜਵਾਕ ਨੂੰ ਪੜ੍ਹਾਉਣਾ ਜਾਂ ਬਾਕੀ ਉਹਨਾਂ ਦੀ ਪੜ੍ਹਾਈ ਦੀ ਤੇ ਸਿਹਤ ਦੀ, ਦੋ ਸਭ ਤੋਂ ਬੜੀਆਂ ਸਮੱਸਿਆਵਾਂ ਨੇ। ਖਾਸ ਤੌਰ ਤੇ ਇਹ ਏਰੀਆ ਟੋਟਲ ਜਿਹੜਾ ਹੈ ਕੈਂਸਰ, ਕਾਲਾ ਪੀਲੀਆ ਤੇ ਬਹੁਤ ਜ਼ਿਆਦਾ ਬਿਮਾਰੀਆਂ ਨੇ, ਤੇ ਇੰਨੇ ਪੈਸੇ ਉਹ ਇਲਾਜ ਤੇ ਕਿਵੇਂ ਖਰਚ ਕਰਨਗੇ। ਔਰ ਪੰਜਾਬ ਸਰਕਾਰ ਦਾ ਆਪਦਾ ਸਰਵੇ ਹੈ ਕਿ 36% ਜਿਹੜਾ ਬੰਦੇ ਦੀ ਆਮਦਨ ਹੈ ਪਰਿਵਾਰ ਦੀ ਹੁਣ ਉਹ ਸਿਹਤ ਤੇ ਖਰਚ ਹੋਣ ਲੱਗੀ ਹੈ। ਔਰ ਜੇ ਜਿੰਨੀ ਆਮਦਨ ਹੈ ਜੇ ਉਹ 100 ਰੁਪਇਆ ਕਮਾਉਂਦਾ 36 ਰੁਪਏ ਸਿਹਤ ਤੇ ਖਰਚ ਹੋ ਜਾਣਗੇ ਤਾਂ ਉਹ ਬਾਕੀ ਕੰਮ ਕਿਵੇਂ ਕਰੂਗਾ। ਵਿੱਦਿਆ ਤੇ ਸਿਹਤ ਇਹ ਦੋ ਵੈਸੇ ਤਾਂ ਨਾਰਮਲੀ ਸਭ ਦੀਆਂ ਫ੍ਰੀ ਹੋਣੀਆਂ ਚਾਹੀਦੀਆਂ ਨੇ। ਘੱਟੋ ਘੱਟ ਜਿਹੜੇ ਨਾਜ਼ੁਕ ਦੌਰ 'ਚ ਗੁਜ਼ਰ ਗਏ ਨੇ ਕਰਜ਼ੇ ਵਾਲੇ ਬੰਦੇ ਜਾਂ ਖੁਦਕੁਸ਼ੀਆਂ, ਉਹਨਾਂ ਪਰਿਵਾਰਾਂ ਦਾ ਤਾਂ ਤੁਰੰਤ ਮੁਫਤ ਹੋਣਾ ਚਾਹੀਦਾ ਨਾ ਕਿਸੇ ਰੂਪ ਦੇ ਵਿੱਚ, ਤਾਂ ਕਿ ਹੋਰ ਕਰਜ਼ੇ 'ਚ ਨਾ ਫਸੇ, ਹੋਰ ਉਸ ਪਾਸੇ ਵੱਲ ਨਾ ਜਾਵੇ। ਹੁਣ ਸਰ ਜਿਵੇਂ 2.5 ਕਿੱਲੇ ਇਹਨਾਂ ਦੀ ਜ਼ਮੀਨ ਹੈ, 1992 ਵਿੱਚ ਭੈਣ ਨੇ ਖੁਦਕੁਸ਼ੀ ਕਰ ਲਈ, 2000 ਵਿੱਚ ਪਿਤਾ ਜੀ ਨੇ ਕਰ ਲਈ, 2016 ਦੇ ਵਿੱਚ ਇਹਨਾਂ ਦੇ ਬੇਟੇ ਨੇ ਵੀ ਕਰ ਲਈ। 2.5 ਏਕੜ ਹੈ, 2.5 ਏਕੜ ਦੇ ਵਿੱਚੋਂ ਜੇ ਹੁਣ ਕਰਜ਼ਾ ਲਾਉਣ ਵਾਸਤੇ ਅੱਧਾ ਏਕੜ ਵੇਚਣਗੇ, ਜਿਹੜੀ ਪਿਛਲੀ ਪੀੜ੍ਹੀ ਆਏਗੀ 2 ਏਕੜ ਤੇ ਫਿਰ ਕੀ ਕਰਜ਼ਾ ਲਏਗੀ, ਫਿਰ ਉਹ 2 ਏਕੜ ਵਿੱਚੋਂ ਕਰਜ਼ਾ ਲਾਉਣ ਵਾਸਤੇ ਫਿਰ ਕੀ ਅੱਧਾ ਏਕੜ ਵੇਚੂਗੀ। ਇਹ ਕਿਵੇਂ ਰੁਕ ਸਕਦਾ? ਇਹ ਕਰਜ਼ਾ ਤਾਂ ਚੜ੍ਹਦਾ ਜਾ ਰਿਹਾ ਨਾ ਲਗਾਤਾਰ ਹੀ। ਇਹ ਵਿਕ ਰਹੀਆਂ ਨੇ, ਪਿਛਲੇ 15 ਸਾਲਾਂ 'ਚ 2 ਲੱਖ ਕਿਸਾਨ ਬੇਜ਼ਮੀਨਾਂ ਹੋ ਚੁੱਕੇ ਆ, ਸਭ ਦੀਆਂ ਵਿਕ ਗਈਆਂ ਨੇ। ਨਾ ਵਿਕਣ ਦਾ ਸਵਾਲ ਨਹੀਂ ਹੈ ਕਿ ਉਹ ਵਿਕਣੀ ਨਹੀਂ ਅੱਗੇ ਤੋਂ ਅੱਗੇ ਜਾਂਦੀ ਹੈ। ਜਿਹਦੇ ਕੋਲ ਛੋਟਾ ਜਦੋਂ ਨਹੀਂ ਲਾਉਂਦਾ ਤਾਂ ਮਜਬੂਰੀ 'ਚ ਫਿਰ ਬੰਦਾ ਕਰਦਾ ਕੀ ਹੈ, ਜਾਂ ਬੈਂਕ ਕੁਰਕੀ ਕਰਦੀ ਹੈ ਤਾਂ ਜਾਂ ਜਿਹੜਾ ਆੜਤੀ ਆ ਜਾਂ ਸਾਹੂਕਾਰ ਤੋਂ ਲਿਆ ਉਹ ਕਹਿੰਦਾ ਕਿ ਮੇਰੇ ਪੈਸੇ ਦਿਓ। ਇੱਜ਼ਤ ਦਾ ਡਰਦਾ ਬੰਦਾ ਜਾਂ ਖੁਦਕੁਸ਼ੀ ਕਰਦਾ ਜਾਂ ਜ਼ਮੀਨ ਵੇਚਦਾ। ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਨੇ। ਔਰ ਇਹਦੇ ਨਾਲ ਰੋਕਣ ਦਾ ਸਵਾਲ ਤਾਂ ਕੇਵਲ ਇਹੀ ਹੈ ਕਿ ਹਰ ਪਰਿਵਾਰ ਇੱਕ ਆਮਦਨ ਕਮਿਸ਼ਨ ਪੰਜਾਬ ਦੀ ਸਰਕਾਰ ਨੂੰ ਬਣਾਉਣਾ ਚਾਹੀਦਾ। ਆਮਦਨ ਕਮਿਸ਼ਨ ਜਿਹੜਾ ਹਰ ਪਰਿਵਾਰ ਦੀ ਘੱਟੋ ਘੱਟ ਜ਼ਿੰਦਗੀ ਜਿਉਣ ਜੋਗੀ ਆਮਦਨ ਦੀ ਗਾਰੰਟੀ ਕਰੇ। ਜਿਵੇਂ ਮੁਲਾਜ਼ਮਾਂ ਲਈ ਤਨਖਾਹ ਕਮਿਸ਼ਨ ਬਣਦਾ ਕਿ ਤਨਖਾਹ ਕਮਿਸ਼ਨ ਬਣਦਾ ਹਰ ਸਾਲ ਬਾਅਦ ਦੇ, ਉਹ ਕਹਿੰਦਾ ਵੀ ਇੰਨਾ ਡੀਏ ਵੱਧ ਗਿਆ, ਇੰਨੀ ਮਹਿੰਗਾਈ ਵੱਧ ਗਈ, ਇੰਨਾ ਗ੍ਰੇਡ ਹੋਣਾ ਚਾਹੀਦਾ ਹੈ। ਉਵੇਂ ਮਜ਼ਦੂਰਾਂ ਕਿਸਾਨਾਂ ਲਈ ਕੋਈ ਗ੍ਰੇਡ ਨਹੀਂ, ਇਹਨਾਂ ਦਾ ਦੇਸ਼ ਦੇ ਵਿਕਾਸ 'ਚ ਕੋਈ ਗੱਲ ਨਹੀਂ ਹੈ। ਉਹਦੇ ਵਾਸਤੇ ਸਰਕਾਰ ਆਮਦਨ ਕਮਿਸ਼ਨ ਮੁਕਰਰ ਕਰੇ। ਉਹ ਕਮਿਸ਼ਨ ਸਾਰੀਆਂ ਗੱਲਾਂ ਦਾ ਜਾਇਜ਼ਾ ਲੈ ਕੇ ਇਹ ਦੇਖੇ ਕਿ ਇਹ ਪਰਿਵਾਰ ਦੀ ਇੰਨੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ ਘੱਟੋ ਘੱਟ, ਤੇ ਉਹ ਸਾਰੇ ਪਰਿਵਾਰਾਂ ਲਈ ਉਨੀ ਆਮਦਨ ਦੀ ਉਹ ਆਮਦਨ ਚਾਹੇ ਸਰਕਾਰ ਸਹਾਇਤਾ ਦੇ ਕੇ ਕਰੇ, ਚਾਹੇ ਉਹਦਾ ਖਰਚ ਆਪ ਚੱਕ ਲੇ। ਦੋਨੋਂ ਹੀ ਗੱਲਾਂ ਨੇ। ਜੇ ਉਹ ਪੈਸੇ ਨਹੀਂ ਦੇਣੇ, ਜਿਵੇਂ ਮੈਂ ਕਿਹਾ ਵਿੱਦਿਆ ਸਿਹਤ ਮੁਫਤ ਕਰ ਦਿਓ ਤੁਸੀਂ ਤਾਂ ਕਿ ਉਹਦਾ ਖਰਚਾ ਨਾ ਹੋਵੇ। ਦੋਨੋਂ ਤਰੀਕੇ ਹੋ ਸਕਦੇ। 2.5 ਏਕੜ ਵਾਲੇ ਕਿੰਨੇ ਕਿਸਾਨ ਜੋ ਨੇ ਉਹ ਜ਼ਮੀਨ ਛੱਡ ਗਏ ਨੇ, ਜਾਂ ਕਿੰਨੇ ਕਿਸਾਨਾਂ ਦੀਆਂ ਕਰਜ਼ੇ ਕਾਰਨ ਜ਼ਮੀਨਾਂ ਵਿਕ ਗਈਆਂ ਨੇ? ਨਹੀਂ, ਕਰਜ਼ੇ ਕਾਰਨ ਤਾਂ ਬਹੁਤ ਕਿਸਾਨਾਂ ਦੀਆਂ ਵਿਕ ਰਹੀਆਂ ਨੇ, ਪਰ ਜਿਹੜੇ ਜਮਾਂ ਬੇਜ਼ਮੀਨੇ ਹੋ ਗਏ ਉਹ 2 ਲੱਖ ਹੈਗਾ ਪਿਛਲੇ 15 ਸਾਲਾਂ ਦੇ ਵਿੱਚ, ਜਿਹੜਾ ਜਿਹਦੀ ਪੂਰੀ ਦੀ ਪੂਰੀ ਵਿਕ ਗਈ। ਹੁਣ ਜੇ ਕਿਸੇ ਦੇ ਕੋਲ 5 ਨੇ, ਕਿਸੇ ਦੀ 1 ਕਿੱਲਾ ਵਿਕ ਗਈ, ਕਿਸੇ ਦੀ 2 ਕਿੱਲੇ ਵਿਕ ਗਈ, ਥੋੜੀ ਹੈਗੀ ਹੈ। ਵਿਕਣ ਕਣੀਓ ਕੋਈ ਨਹੀਂ ਰਹੇ। ਬਹੁਤ ਘੱਟ ਪਰਿਵਾਰ ਹੋਣਗੇ ਜਿਹੜੇ ਵਿਕਣ ਕਣੀਓ ਰਹਿ ਗਏ ਹੋਣਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਜ਼ੇ ਦੇ ਕਾਰਨ। ਮੈਜੋਰਿਟੀ ਹੈ, ਬਹੁਤ ਗਿਣਤੀ ਜਿਹੜੇ ਪਰਿਵਾਰ ਨੇ ਉਹਨਾਂ ਦੀਆਂ ਜ਼ਮੀਨਾਂ 'ਚ ਕਿਸੇ ਨਾ ਕਿਸੇ ਥੋੜੀ ਬਹੁਤੀ ਵਿਕੀ ਹੈ।
ਅੱਛਾ ਹੁਣ ਇੱਕ ਆਖਰੀ ਸਵਾਲ ਹੈ ਕਿ ਜੋ ਤੁਸੀਂ ਪਾਲਿਸੀ ਦੀ ਗੱਲ ਕੀਤੀ ਹੈ, ਤੁਸੀਂ ਕਹਿੰਦੇ ਵੀ ਖੇਤੀਬਾੜੀ ਅਫਸਰਾਂ ਨੇ, ਖੇਤੀ ਯੂਨੀਵਰਸਿਟੀਆਂ ਦੇ ਕੰਮ ਹੁੰਦਾ ਕਿ ਉਹ ਜਾਣ 1 ਸਾਲ ਤੱਕ ਘੱਟੋ ਘੱਟ ਇਹਨਾਂ ਲੋਕਾਂ ਨੂੰ ਦੱਸਣ ਜਾਂ ਇਹਨਾਂ ਦੀ ਬਾਹ ਫੜਨ। ਕਿੰਨੇ ਕੁ ਲੋਕਾਂ ਨੂੰ, ਜੇ ਤੁਸੀਂ ਪਿੰਡਾਂ ਵਿੱਚ ਜਾਂਦੇ ਹੋ, ਕਿੰਨੇ ਕੁ ਲੋਕਾਂ ਨੂੰ ਪਤਾ ਹੈ ਪਾਲਿਸੀ ਬਾਰੇ ਵੀ ਸਾਨੂੰ 3 ਲੱਖ ਰੁਪਏ ਮਿਲਣਾ ਹੈ? ਕਿ ਇਹਨਾਂ ਲੋਕਾਂ ਨੂੰ ਪਤਾ ਹੈ ਵੀ ਫਾਰਮ ਕਿਵੇਂ ਭਰਨਾ ਹੈ, ਕਿਵੇਂ ਫਾਰਮ ਅੱਗੇ ਦੇਣਾ ਹੈ? ਜੇ ਇਹਨਾਂ ਲੋਕਾਂ ਨੂੰ ਸਾਰੀ ਪਾਲਿਸੀ ਦੀ ਜਾਣਕਾਰੀ ਹੈਗੀ ਹੈ ਜਾਂ ਇਹ ਪਾਲਿਸੀ ਬਾਰੇ ਜਾਣਕਾਰੀ ਦਿੱਤੀ ਨਹੀਂ ਜਾ ਰਹੀ, ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ? ਨਹੀਂ ਦਿੱਤੀ ਜਾ ਰਹੀ ਜੀ। ਪਾਲਿਸੀ ਬਾਰੇ ਜਾਣਕਾਰੀ ਦਿੱਤੀ ਜਾਂਦੀ, ਜਿਹੜੇ ਚੀਫ ਮਿਨਿਸਟਰਾਂ ਤੇ ਮੰਤਰੀਆਂ ਦੀਆਂ ਐਡੀਆਂ ਫੋਟੋਆਂ ਆਉਂਦੀਆਂ ਨੇ ਅਖਬਾਰਾਂ 'ਚ, ਇਹਦੀ ਵਜ੍ਹਾ ਪਾਲਿਸੀ ਲਿਖ ਦੇਣ, ਉਹਦੇ 'ਚ ਇਸ਼ਤਿਹਾਰ ਦਿੰਦੇ ਨੇ ਨਾ। ਇਸ਼ਤਿਹਾਰ ਆਪਣੀਆਂ ਸੂਰਤਾਂ ਦਾ ਕਿਉਂ ਦਿੰਦੇ ਨੇ? ਇਸ਼ਤਿਹਾਰ ਇਹ ਪਾਲਿਸੀ ਦੇ ਦੇਣ ਕਿ ਭਾਈ ਪਾਲਿਸੀ ਆਏ ਤੇ ਆਹ ਲੋਕ ਪੜ੍ਹ ਲੈਣ ਜਾਂ ਕਿਸੇ ਤੋਂ ਪੜ੍ਹਾ ਲੈਣ ਜਾਂ ਕਿਸੇ ਤੋਂ ਕੋਈ ਗੱਲ ਕਰ ਲੈਣ। ਪਾਲਿਸੀ ਬਾਰੇ ਤਾਂ ਆ ਜਿਹੜੇ ਬਾਕੀ ਛੱਡ ਦਿਓ, ਮੈਂ ਸ਼ਰਤ ਲੈ ਕੇ ਕਹਿੰਦਾ ਕੱਲ੍ਹ ਨੂੰ ਵਿਧਾਨ ਸਭਾ ਦਾ, ਪਰਸੋਂ ਨੂੰ ਸੈਸ਼ਨ ਹੈ, ਜਾ ਕੇ ਪੁੱਛਣਾ 117 MLA ਨੇ, 117 ਚੋਂ 5 ਵੀ ਪਾਲਿਸੀ ਬਾਰੇ ਜਾਣਕਾਰ ਮੈਨੂੰ ਮਿਲ ਗਏ ਤਾਂ ਮੈਨੂੰ ਦੱਸ ਦੇਣਾ। ਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਜਦ ਉਹਨਾਂ ਦਾ ਸਰੋਕਾਰ ਹੈ ਨਹੀਂ ਉਸ ਗੱਲ ਦੇ ਨਾਲ ਕਿ ਪਾਲਿਸੀ ਕੀ ਹੈ ਮੈਂ ਇਹ ਦੱਸਣੀ ਹੈ, ਦੱਸ ਕਿਵੇਂ ਦਊਗਾ ਉਹ? ਉਹਦਾ ਸਰੋਕਾਰ ਹੈ ਮਲਾਈ ਖਾਣਾ, ਤਾਕਤ ਕਰਨਾ, ਛਾਪੇ ਮਾਰਨਾ, ਫਲਾਣੇ ਨੂੰ ਡਰਾਉਣਾ, ਫਲਾਣੇ ਤੇ ਦਹਿਸ਼ਤ ਪੈਦਾ ਕਰਨਾ। ਲੋਕਾਂ ਨਾਲ ਤਾਂ ਕੋਈ ਸਰੋਕਾਰ ਨਹੀਂ ਬਚਿਆ ਸਾਡੇ ਸਿਆਸਤਦਾਨ ਦਾ। ਸਿਆਸਤਦਾਨ ਚੌਧਰ ਕਰਨੀ ਚਾਹੁੰਦਾ, ਉਹ ਲੋਕਾਂ ਨਾਲ ਨਹੀਂ ਜੁੜਿਆ ਹੋਇਆ। ਜਦੋਂ ਲੋਕਾਂ ਨਾਲ ਜੁੜ ਜਾਏਗਾ ਤਾਂ ਅਸਲ ਦੇ ਵਿੱਚ ਉਹ ਲੋਕਾਂ ਦਾ ਸੇਵਕ ਬਣ ਜਾਊਗਾ, ਕਿਉਂਕਿ ਲੋਕਾਂ ਨਾਲ ਜੁੜਿਆ ਨਹੀਂ। ਇਹੀ ਬਿਊਰੋਕ੍ਰੇਸੀ ਦੀ ਹਾਲ ਹੈ, ਬਿਊਰੋਕ੍ਰੇਟਿਕ। ਇੱਥੇ ਮਾਨਸਾ ਹੀ ਇਹ ਸਾਰਾ ਗਰੁੱਪ DC ਦੇ ਚਲਾ ਗਿਆ ਇੱਕ ਵਾਰ, ਉਹ ਕਹਿੰਦੇ ਭਾਈ ਆਹ ਯੋਜਨਾ ਨਹੀਂ, DC ਕਹਿੰਦਾ ਨਹੀਂ ਹੈ। ਜਦੋਂ ਉਹਨਾਂ ਨੇ ਲਿਖਤੀ ਰੱਖੀ ਆਹ ਪਾਲਿਸੀ ਤੁਹਾਡੇ ਕੋਲ ਹੈ, ਤਾਂ ਆਲੇ ਦੁਆਲੇ ਹੋਰ ਅਫਸਰ ਵੀ ਬੈਠੇ ਸੀ। ਇਹਦਾ ਮਤਲਬ ਡਿਪਟੀ ਕਮਿਸ਼ਨਰ ਨੂੰ ਜਾਂ ਪਤਾ ਨਹੀਂ ਜਾਂ ਬੇਈਮਾਨੀ ਕਰਦਾ, ਉਹਨੂੰ ਤਾਂ ਉਦੋਂ ਸਸਪੈਂਡ ਕਰ ਦੇਣਾ ਚਾਹੀਦਾ। ਜਿਹੜਾ ਕਮੇਟੀ ਦਾ ਮੁਖੀ ਆਦਮੀ ਹੈ, ਜੇ ਕਮੇਟੀ ਦੇ ਮੁਖੀ ਨੂੰ ਪਾਲਿਸੀ ਨਹੀਂ ਪਤਾ ਤਾਂ ਪਾਲਿਸੀ ਮੁਤਾਬਕ ਫੈਸਲਾ ਕਿਵੇਂ ਕਰੂਗਾ? ਇਹ ਤਾਂ ਸਭ ਤੋਂ ਬੜਾ ਬਲੰਡਰ ਹੈ। ਇਸ ਗੱਲ ਨੂੰ ਤਾਂ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਨਾ, ਚੀਜ਼ਾਂ ਨੂੰ ਜਿਹੜੀਆਂ ਉਸ ਲੈਵਲ ਤੇ ਜਾ ਅੱਛਾ ਇੱਕ ਰਹੀਆਂ। ਆਖਰੀ ਸਵਾਲ ਹੈ ਮੇਰਾ ਕਿ 2016 ਦੇ ਵਿੱਚ ਇੱਕ ਅਨਾਉਂਸਮੈਂਟ ਹੋਈ ਸੀ ਕੈਪਟਨ ਸਾਹਿਬ ਦੀ ਕਿ ਜਿੰਨਾ ਵੀ ਕਿਸਾਨਾਂ ਸਿਰ ਕਰਜ਼ਾ ਲੀਕ ਫੇਰ ਦਿੱਤੀ ਜਾਊਗੀ। ਕੀ ਉਸ ਤੋਂ ਬਾਅਦ ਕਿਸਾਨਾਂ ਨੇ ਆਪਣੀਆਂ EMI ਦੇਣੀਆਂ ਬੰਦ ਕਰਤੀਆਂ ਸੀ, ਉਸ ਕਰਕੇ ਵੀ ਕਰਜ਼ਾ ਵਧਿਆ? ਨਹੀਂ, ਕਰਜ਼ਾ ਉਸ ਕਰਕੇ ਨਹੀਂ ਵਧਿਆ, ਕਰਜ਼ਾ ਬਲਕਿ ਇਸ ਕਰਕੇ ਹੋਰ ਵੱਧ ਗਿਆ ਕਿ ਉਹਨੇ ਕਿਹਾ ਸੀ ਸਮੁੱਚਾ ਕਰਜ਼ਾ ਮਾਫ ਕਰੋ। ਜਦੋਂ ਕਹਿਤਾ ਸੀ ਹੁਣ ਇਹ ਸਾਡਾ ਕਰਜ਼ਾ ਤੁਹਾਡਾ ਨਹੀਂ, ਅਗਲੇ ਨੇ ਕਿਸ਼ਤ ਬੰਦ ਕਰਤੀ, ਉਹਦੇ ਤੇ ਵਿਆਜ ਲੱਗ ਕੇ ਉਹ ਹੋਰ ਮਾਰਿਆ ਗਿਆ, ਉਹ ਡਿਫਾਲਟਰ ਹੋ ਗਏ। ਡਿਫਾਲਟਰ ਹੋ ਕੇ ਤੇ ਉਹਦੇ ਤੇ ਕਹਿੰਦਾ ਭਾਈ ਸਾਡਾ ਤਾਂ ਮਿਸ਼ਰਤ ਵਿਆਜ ਲੱਗੂਗਾ। ਜਾਂ ਤਾਂ ਪੰਜਾਬ ਸਰਕਾਰ ਕਹਿੰਦੀ ਨਵਾਂ ਵਿਆਜ ਵੀ ਨਹੀਂ ਲੱਗੂਗਾ। ਸਾਡੀ ਕਿਹਾ ਤਾਂ ਉਹਨੇ ਇਹੀ ਸੀ ਕਿ ਇਸ ਤੋਂ ਬਾਅਦ ਵਿਆਜ ਅਸੀਂ ਭਰਾਂਗੇ, ਅੱਜ ਤੋਂ ਬਾਅਦ ਤੁਸੀਂ ਨਹੀਂ ਦੇਣਾ। ਤੇ ਵਿਆਜ ਕਿੱਥੇ ਹੈ ਉਹ? ਤੋਂ ਬੰਦੇ ਹੋਰ ਮਾਰੇ ਜਾ ਰਹੇ ਨੇ। ਸਗੋਂ ਜਿਹੜੀ ਅੱਧੀ ਅਧੂਰੀ ਦੀ ਗੱਲ ਕਰਦੇ ਹੋ ਤੁਸੀਂ ਨਾ, ਕਿਸਾਨਾਂ ਸਿਰ ਕਰਜ਼ਾ ਸੀ ਉਦੋਂ ਜਦੋਂ ਅਮਰਿੰਦਰ ਸਰਕਾਰ ਆਈ 31 ਮਾਰਚ 2017 ਤੱਕ, ਉਹਨੇ ਕੱਟ ਆਫ ਡੇਟ ਲਿਖੀ ਹੈ 73,770 ਕਰੋੜ ਰੁਪਈਆ। ਤੇ ਇਹ ਕੇਵਲ ਬੈਂਕਾਂ ਦਾ ਕਰਜ਼ਾ ਹੈ, ਸੰਸਥਾਵਾਂ ਦਾ ਕਰਜ਼ਾ, ਆੜਤੀਏ ਤੇ ਪ੍ਰਾਈਵੇਟ ਕਰਜ਼ਾ ਇਹਦੇ ਸ਼ਾਮਲ ਨਹੀਂ ਹੈ। ਅੱਜ ਕਿੰਨਾ? ਇਹ 1 ਲੱਖ ਕਰੋੜ ਤੋਂ ਉੱਪਰ ਹੋ ਗਿਆ। ਉਹ ਸੜੱਪੇ ਮਾਰ ਕੇ ਵੱਧ ਰਿਹਾ ਹੈ। ਤੇ ਕਰਜ਼ਾ ਤਾਂ ਵਧਣਾ ਹੀ ਹੈ ਉਸ ਲੈਵਲ ਤੇ ਜਦੋਂ ਉਹਦੀ ਆਮਦਨ ਨਹੀਂ ਹੈ। ਜਿਹੜੀਆਂ ਬਾਕੀ ਲਾਗਤਾਂ ਨੇ ਮਹਿੰਗੀਆਂ ਹੋ ਗਈਆਂ, ਡੀਜ਼ਲ ਦਾ ਰੇਟ ਕੀ ਹੋ ਗਿਆ, ਪੈਸਟੀਸਾਈਡ ਦਾ ਰੇਟ ਕੀ ਹੋ ਗਿਆ, ਉਸ ਤੋਂ ਬਾਅਦ GST ਆਈ ਹੈ, ਬੜੀਆਂ ਚੀਜ਼ਾਂ ਆਈਆਂ ਨੇ। ਜਿਹੜਾ ਆਹ ਚੀਜ਼ਾਂ ਤੇ ਨਹੀਂ ਸੀ ਲੱਗਦੀ ਹੁੰਦੀ ਉਹਦੇ ਤੇ ਵੀ GST ਲੱਗ ਰਹੀ ਹੈ। ਤਾਂ ਉਹਦੇ ਨਾਲ ਜਦੋਂ ਆਮਦਨ ਖਰਚ ਵੱਧ ਜੇ ਤੇ ਆਮਦਨ ਘਟਣੀ ਸ਼ੁਰੂ ਹੋ ਜੇ, ਤਾਂ ਮੋਦੀ ਕਹਿੰਦਾ ਸੀ 2022 ਚ ਆਮਦਨ ਦੁੱਗਣੀ ਕਰ ਦਊਂਗਾ। ਆਮਦਨ ਤਾਂ ਮੈਨੂੰ ਲੱਗਦਾ ਅੱਧੀ ਹੋ ਗਈ ਹੈ। ਜੇ ਸ਼ੁੱਧ ਆਮਦਨ ਤੁਸੀਂ ਕਹੋਗੇ ਦੁੱਗਣੀ ਕਰਨ ਦੀ ਬਜਾਏ, ਦੁੱਗਣੀ ਕਿੱਥੋਂ ਹੋ ਜਾਏਗੀ? ਦੁੱਗਣੀ ਤਾਂ ਹੋਏਗੀ ਜੇ ਉਹਦੇ ਕੋਈ ਪਾਲਿਸੀ ਇਸ ਲੈਵਲ ਦੀ ਤੁਸੀਂ ਲੈ ਕੇ ਆਓ, ਜਾਂ ਤਾਂ ਉਹਨੂੰ ਦੁੱਗਣਾ ਰੇਟ ਮਿਲ ਗਿਆ ਹੋਵੇ, ਜਾਂ ਉਹਦੇ ਤੁਸੀਂ ਖਰਚੇ ਘਟਾਤੇ ਹੋਣ ਦੁੱਗਣੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਭਾਈ ਆਪਾਂ ਇਹਦੇ ਖਰਚੇ ਘਟਾਤੇ ਸਾਰੇ, ਹੁਣ ਇਹਦੀ ਆਮਦਨ ਆਪਾਂ ਸਮਝ ਲਿਆ ਕਿ ਇਹਦੀ ਜ਼ਿਆਦਾ ਹੋ ਗਈ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਦੋਨੋਂ ਗੱਲਾਂ ਤਾਂ ਵਾਪਰ ਨਹੀਂ ਰਹੀਆਂ। ਇੱਕ ਡਿਜ਼ਾਈਨ ਹੈ, ਇੱਕ ਮਾਡਲ ਹੈ ਖੇਤੀ ਦੇ ਖਿਲਾਫ, ਸਾਰੇ ਬੰਦਿਆਂ ਨੂੰ ਪਿੰਡਾਂ 'ਚੋਂ ਕੱਢ ਕੇ ਸ਼ਹਿਰ 'ਚ ਮਜ਼ਦੂਰ ਬਣਾਉਣ ਦਾ। ਪਰ ਮਜ਼ਦੂਰ ਕਿਵੇਂ ਬਣਨਗੇ? ਮਜ਼ਦੂਰਾਂ ਨੂੰ ਤਾਂ ਸ਼ਹਿਰ 'ਚ ਵੀ ਰੁਜ਼ਗਾਰ ਨਹੀਂ ਮਿਲ ਰਿਹਾ। ਰਾਜਸਥਾਨ ਗਵਰਨਮੈਂਟ ਨੇ ਮਨਰੇਗਾ ਵਰਗੀ ਸਕੀਮ ਸ਼ਹਿਰ ਲਈ ਚਲਾਈ ਹੈ ਪਿੰਡਾਂ ਵਾਂਗ, ਤਾਂ ਕਿ ਹੁਣ ਅਜੇ ਅਨਾਉਂਸ ਕੀਤਾ ਉਸ ਪੱਧਰ ਦਾ, ਕਿਉਂਕਿ ਸ਼ਹਿਰੀ ਮਜ਼ਦੂਰ ਵੀ ਬੇਕਾਰ ਹੈ ਤੇ ਪਿੰਡੂ ਮਜ਼ਦੂਰ ਵੀ ਬੇਕਾਰ ਹੈ। ਅੱਛਾ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸਾਨੀ ਜਾਂ ਖੇਤੀ ਸੰਕਟ ਦੇ ਨਾਲ ਨਾਲ ਜੋ ਕਿਸਾਨ ਪਰਿਵਾਰ ਖੁਦਕੁਸ਼ੀ ਕਰ ਗਏ ਨੇ, ਉਹ ਵੀ ਸੰਕਟ ਵਿੱਚ ਹੀ ਨੇ ਇਸ ਸਮੇਂ। ਉਹ ਸੰਕਟ ਤੋਂ ਬਾਹਰ ਨਿਕਲ ਨਹੀਂ ਦੇ, ਨਾ ਖੇਤੀ ਨਿਕਲਦੀ ਹੈ ਨਾ ਪਰਿਵਾਰ ਨਿਕਲਦੇ ਨੇ। ਨਹੀਂ, ਉਹ ਹੈਗਾ ਹੀ ਹੈ। ਜੇ ਖੇਤੀ ਸੰਕਟ 'ਚੋਂ ਨਹੀਂ ਨਿਕਲਦੀ, ਨਾ ਪੰਜਾਬ ਨੇ ਸੰਕਟ 'ਚੋਂ ਨਿਕਲਣਾ, ਨਾ ਕਿਸਾਨ ਨੇ ਨਿਕਲਣਾ, ਨਾ ਮਜ਼ਦੂਰ ਨੇ ਨਿਕਲਣਾ। ਅੱਜ ਵੀ ਸਾਡੀ ਕੁੱਲ ਘਰੇਲੂ ਪੈਦਾਵਾਰ ਜਿਹੜੀ ਸੂਬੇ 'ਚ ਪੈਦਾ ਹੋ ਰਹੀ ਹੈ, ਉਹਦਾ 24% ਖੇਤੀ 'ਚੋਂ ਆਉਂਦਾ ਹੈ। ਤੇ ਵੱਡੀ ਗਿਣਤੀ ਨੂੰ ਖੇਤੀ ਸਾਂਭੀ ਬੈਠੀ ਹੈ ਰੁਜ਼ਗਾਰ ਦੇ ਤੌਰ ਤੇ। ਜੇ ਖੇਤੀ ਮਰ ਗਈ ਤਾਂ ਬੰਦੇ ਜਾਣਗੇ ਕਿੱਥੇ? ਇੱਥੇ ਜਾਂ ਉਹ ਸੁਈਸਾਈਡ ਕਰਨਗੇ, ਜਾਂ ਗੈਂਗਸਟਰ ਬਣਨਗੇ, ਤੇ ਜਾਂ ਨਸ਼ਾ ਕਰਨਗੇ, ਜਾਂ ਵਿਦੇਸ਼ ਭੱਜ ਜਾਣਗੇ। ਹੋਰ ਰਸਤਾ ਕੀ ਹੈ? ਇਹ ਚਾਰੇ ਰਸਤੇ ਜਾ ਰਹੇ ਨੇ ਲੋਕ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਤੁਸੀਂ ਜੇ ਪਰਿਵਾਰ ਦੇਖਦੇ ਹੋ ਪਿੱਛੇ, ਕਿਸੇ ਨਾ ਕਿਸੇ ਇਹਨਾਂ ਹੀ ਵਿਅਕਤੀਆਂ ਵਿੱਚ ਪਰਿਵਾਰ ਦੇ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ। ਖੁਦਕੁਸ਼ੀ ਤਾਂ ਕੀਤੀ ਹੈ ਕਿ
ਕਰਜ਼ਾ ਸੀ ਸਿਰ ਉੱਤੇ, ਬੈਂਕ ਕੋਲੋਂ ਪੈਸੇ ਲਏ, ਆੜਤੀ ਕੋਲ ਲਏ, ਪੈਸੇ ਨਹੀਂ ਦਿੱਤੇ ਗਏ ਤੇ ਕਰਜ਼ਾ ਚੜ੍ਹਦਾ ਗਿਆ, ਜਿਸ ਕਰਕੇ ਖੁਦ ਜੇ ਕੋਈ ਵਿਅਕਤੀ ਕਿਸਾਨ ਜੋ ਖੁਦਕੁਸ਼ੀ ਕਰ ਜਾਂਦਾ ਹੈ, ਉਹਦੇ ਪਰਿਵਾਰ ਨੂੰ 3 ਲੱਖ ਰੁਪਏ ਮਿਲਦਾ ਹੈ। ਉਹ ਤੁਹਾਨੂੰ ਸਾਰੀ ਪਾਲਿਸੀ ਹਮੀਤ ਸਿੰਘ ਨੇ ਦੱਸੀ ਹੈ। ਤਾਂ ਇਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਖੁਦ ਮੌਜੂਦ ਨੇ ਵੀ ਕਰਜ਼ਾ ਚੜ੍ਹ ਕਿਵੇਂ ਗਿਆ, ਕੀ ਇਹਨਾਂ ਨੂੰ ਪਾਲਿਸੀ ਬਾਰੇ ਪਤਾ ਸੀ। ਤਾਂ ਚਰਚਾ ਇਹਨਾਂ ਨਾਲ ਵੀ ਜਾਰੀ ਰਹੇਗੀ।